ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦੋਂ ਕਰ ਅਨੁਰਾਗਾ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬਹੁਰ ਰਬਾਬੀ ਕੀਰਤਨ ਗਾਵੈ, ਸੁਨਹਿ ਬੀਚ ਸੰਗਤ ਹਰਿ ਖਾਵੈ। ਬੈਠੇ ਰਹਿ ਸਿੰਘਾਸਨ ਫੇਰ, ਸਿੱਖ ਸੰਗਤ ਸਭ ਦਰਸ਼ਨ ਹੀਰ। ਬਹੁਰ ਰਬਾਬੀ ਕੀਰਤਨ ਗਾਵੈ, ਸੁਨਹਿ ਬੀਚ ਸੰਗਤ ਹਰਿ ਖਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਜੁਗਾਹੋ ਜੁਗ ਅਟਲ। ਚਵਰ ਸਤਿਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਬਾਬਤ ਕਵੀ ਰਾਜ ਜੀ ਬਚਨ ਕਰਦੇ ਹਨ। ਸਤਿਗੁਰੂ ਮਹਾਰਾਜ ਜੀ ਦੀ ਜੋ ਦਿਨ ਚਰਿਆ ਹੈ ਉਹਦੇ ਬਾਬਤ ਕਵੀ ਰਾਜ ਜੀ ਨੇ ਬਚਨ ਕਰਨਾ ਕੀਤਾ, ਦੱਸਣਾ ਕੀਤਾ
ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵੱਡੇ ਅੰਮ੍ਰਿਤ ਵੇਲੇ ਉੱਠ ਕਰਕੇ ਸਭ ਤੋਂ ਪਹਿਲੇ ਸੌਂਚੇ ਜਾਂਦੇ ਹਨ। ਉਹ ਤੋਂ ਬਾਅਦ ਚੰਗੀ ਤਰ੍ਹਾਂ ਫਿਰ ਆਪਣਾ ਹੱਥ ਪਖਾਰਨਾ ਹੈ, ਚਰਨਾਂ ਨੂੰ ਧੋਣਾ ਤੇ ਫਿਰ ਮੁਖ ਮਾਂਜਣਾ ਕਰਨਾ। ਫਿਰ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਭਲ ਕੇ ਵਹਿਣ ਦੇ ਵਿੱਚ ਜਾ ਕਰਕੇ, ਖੁੱਲੇ ਜਲ ਦੇ ਵਿੱਚ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਇਸ਼ਨਾਨ ਕਰਿਆ ਕਰਦੇ ਸਨ। ਤੇ ਇਸ਼ਨਾਨ ਕਰਨ ਤੋਂ ਬਾਅਦ ਇਕਾਗਰ ਚਿੱਤ ਹੋ ਕਰਕੇ ਸਿੰਘਾਸਣ ਦੇ ਉੱਤੇ ਚੌਂਕੜਾ ਮਾਰ ਕਰਕੇ ਸਮਾਧੀ ਦੇ ਵਿੱਚ ਲਿਵਲੀਨ ਹੋ ਜਾਂਦੇ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਮਾਧੀ ਤੋਂ ਉਪਰਾਮ ਹੁੰਦੇ ਹਨ, ਤਕਰੀਬਨ ਪਿਆਰਿਓ ਜਦੋਂ ਸੂਰਜ ਚੜ੍ਹਦਾ, ਸੂਰਜ ਦੀ ਟਿਕੀ ਚੜ੍ਹਦੀ ਹੈ, ਸੂਰਜ ਦੀਆਂ ਕਿਰਨਾਂ ਜਦੋਂ ਧਰਤੀ ਦੇ ਉੱਤੇ ਪੈਂਦੀਆਂ, ਮਹਾਰਾਜ ਜੀ ਦੇ ਮੁਖ ਮਸਤਕ ਦੇ ਉੱਤੇ ਜਦੋਂ ਪੈਂਦੀਆਂ, ਸਤਿਗੁਰੂ ਮਹਾਰਾਜ ਅੰਮ੍ਰਿਤ ਵੇਲੇ ਸਮਾਧੀ ਤੋਂ ਉੱਠ ਕਰਕੇ ਜਦੋਂ ਬਾਹਰ ਆਉਂਦੇ ਹਨ, ਤੇ ਜਿਨ੍ਹਾਂ ਉੱਤੇ ਵੀ ਸਤਿਗੁਰੂ ਮਹਾਰਾਜ ਜੀ ਦੀ ਉਸ ਵੇਲੇ ਨਿਗਾਹ ਪੈ ਜਾਵੇ, ਜਾਂ ਜਿਹੜੀਆਂ ਸੰਗਤਾਂ ਮਹਾਰਾਜ ਜੀ ਨੂੰ ਉਸ ਅਵਸਥਾ ਦੇ ਵਿੱਚ ਦਰਸ਼ਨ ਕਰਦੀਆਂ, ਉਹਨਾਂ ਦੇ ਦੁੱਖ, ਉਹਨਾਂ ਦੇ ਕਲੇਸ਼, ਉਹਨਾਂ ਦੀਆਂ ਦਲਿੱਦਰਤਾਵਾਂ ਜਿਹੜੀਆਂ ਹਨ ਉਹ ਚੱਲ ਜਾਂਦੀਆਂ। ਆਦਿ ਵਿਆਧੀ ਉਪਾਧੀ ਦਾ ਜਿਹੜਾ ਹੈ ਨਿਵਰਤੀ ਹੋ ਜਾਂਦੀ ਹੈ, ਖਤਮ ਹੋ ਜਾਂਦੀਆਂ ਹਨ। ਇਸ ਕਰਕੇ ਪਿਆਰਿਓ ਸੰਗਤਾਂ ਜਿਹੜੀਆਂ ਹਨ ਵਹੀਰਾਂ ਘੱਤ ਕੇ ਕਤਾਰ ਦੇ ਵਿੱਚ ਬੰਨ ਕਰਕੇ ਜਿਹੜੇ ਬੂਹੇ ਤੋਂ ਸਤਿਗੁਰੂ ਮਹਾਰਾਜ ਸਮਾਧੀ ਤੋਂ ਉਪਰਾਮ ਹੋ ਕਰਕੇ ਬਾਹਰ ਨਿਕਲਦੇ, ਉਹਦੇ ਅੱਗੇ ਸੰਗਤਾਂ ਹੱਥ ਜੋੜ ਕਰਕੇ ਖੜ ਜਾਂਦੀਆਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬਾਹਰ ਨਿਕਲਣਗੇ, ਜੇ ਸਤਿਗੁਰੂ ਮਹਾਰਾਜ ਜੀ ਦੀ ਨਿਗਾਹ ਸਾਡੇ ਉੱਤੇ ਪੈ ਜਾਵੇ, ਕਿਰਪਾ ਕਟਾਖ ਸਾਡੇ ਉੱਤੇ ਹੋ ਜਾਵੇ, ਤੇ ਸਾਡੇ ਦੁੱਖ ਦਲਿੱਦਰਤਾ ਜਿਹੜੀ ਹੈ ਇਹ ਖਤਮ ਹੋ ਜਾਵੇਗੀ। ਅਣਗਿਣਤ ਗੁਰੂ ਕੇ ਸਿੱਖ ਪਿਆਰਿਓ ਅੰਮ੍ਰਿਤ ਵੇਲੇ ਉੱਠ ਕਰਕੇ, ਕਈ ਤਾਂ ਪਿਆਰਿਓ ਰਾਤ ਨੂੰ ਹੀ ਆ ਕਰਕੇ ਕਿ ਭਾਈ ਸਭ ਤੋਂ ਪਹਿਲੇ ਸਤਿਗੁਰੂ ਮਹਾਰਾਜ ਜੀ ਦੀ ਨਿਗਾਹ ਮੇਰੇ ਉੱਤੇ ਪੈ ਜਾਵੇ, ਇਸ ਕਰਕੇ ਉੱਥੇ ਆ ਕਰਕੇ ਬਹਿ ਜਾਂਦੇ ਸਨ। ਤੇ ਇਹ ਗੱਲ ਦਾ ਬਹੁਤ ਜ਼ਿਆਦਾ ਪ੍ਰਚਾਰ ਹੋ ਗਿਆ। ਤੇ ਫਿਰ ਜਿਹੜੀਆਂ ਸੰਗਤਾਂ ਬਾਹਰੋਂ ਆਉਂਦੀਆਂ, ਉਹਨਾਂ ਨੂੰ ਵੀ ਜਦੋਂ ਇਸ ਗੱਲ ਦਾ ਪਤਾ ਚੱਲ ਗਿਆ, ਕੋਈ ਸਰੀਰ ਕਰਕੇ ਬਿਮਾਰ ਸੀ, ਕੋਈ ਮਨ ਕਰਕੇ ਕਿ ਨੂੰ ਮਨੋ ਰੋਗ ਗ੍ਰਸੇ ਹੋਏ ਹਨ, ਇਹੋ ਜਿਹੇ ਰੋਗੀ ਜਿਹੜੇ ਫਿਰ ਆ ਕਰਕੇ ਅੰਮ੍ਰਿਤ ਵੇਲੇ ਉੱਥੇ ਬਹਿ ਜਾਂਦੇ, ਜਿਨ੍ਹਾਂ ਉੱਤੇ ਵੀ ਸਤਿਗੁਰੂ ਮਹਾਰਾਜ ਜੀ ਦੀ ਨਿਗਾਹ ਪੈ ਜਾਵੇ, ਉਹ ਨਿਹਾਲ ਹੋ ਜਾਂਦਾ। ਭੱਟਾਂ ਨੇ ਬਚਨ ਕਰਨਾ ਕੀਤਾ ਕਿ ਅਮਿਆ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਲ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰਹਿ ਖੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਜਿਹੜਾ ਵੀ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦਾ, ਉਹਦੇ ਜਨਮ ਦੇ ਤੇ ਮਰਨ ਦੇ ਜਿੰਨੇ ਵੀ ਦੁੱਖ ਹਨ ਉਹ ਖਤਮ ਹੋ ਜਾਂਦੇ ਹਨ, ਉਹਦੀ ਨਿਵਰਤੀ ਹੋ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਫਿਰ ਅੰਮ੍ਰਿਤ ਵੇਲੇ ਸਮਾਧੀ ਤੋਂ ਉੱਠ ਕਰਕੇ ਬਾਅਦ ਵਿੱਚ ਕਿਹੜੀ ਕਿਰਿਆ ਕਰਦੇ ਹਨ, ਉਹਦੇ ਬਾਬਤ ਕਵੀ ਰਾਜ ਜੀ ਹੁਣ ਬਚਨ ਕਰਦੇ। ਆਓ ਪਿਆਰਿਓ ਉਹ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬਹੁਰ ਰਬਾਬੀ ਕੀਰਤਨ ਗਾਵੈ। ਕਵੀ ਰਾਜ ਜੀ ਹੁਣ ਅਗਲਾ ਇਤਿਹਾਸ ਉਚਾਰਨ ਕਰਦੇ ਹਨ, ਦੱਸਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਮਾਧੀ ਤੋਂ ਉਪਰਾਮ ਹੋ ਕਰਕੇ
ਸਿੰਘਾਸਣ ਦੇ ਉੱਤੇ ਗੁਰਤਾ ਗੱਦੀ ਦੇ ਆ ਕਰਕੇ ਜਦੋਂ ਸੰਗਤਾਂ ਦੇ ਵਿੱਚ ਵਿਰਾਜਮਾਨ ਹੁੰਦੇ, ਤਾਂ ਪਿਆਰਿਓ ਫਿਰ ਜਿਹੜੇ ਰਬਾਬੀ ਸਿੱਖ ਹਨ, ਜੋ ਕੀਰਤਨੀਏ ਹਨ, ਕਿਉਂਕਿ ਪਿਆਰਿਓ ਪੰਚਮ ਪਾਤਸ਼ਾਹ ਜੀ ਤੱਕ ਕੀਰਤਨ ਦੀ ਜੋ ਮਰਿਆਦਾ ਸੀ, ਕੀਰਤਨ ਕਰਨ ਦੀ ਜੋ ਮਰਿਆਦਾ ਉਹ ਰਬਾਬੀਆਂ ਦੇ ਕੋਲ ਸੀ, ਖਾਸ ਕਰਕੇ ਮਿਰਾਸੀਆਂ ਦੇ ਕੋਲ। ਮਿਰਾਸੀ ਇਹ ਗੁਰੂ ਘਰ ਦੇ ਵਿੱਚ ਕੀਰਤਨ ਕਰਿਆ ਕਰਦੇ ਸਨ, ਲੇਕਿਨ ਧੰਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕੀਰਤਨ ਦੇ ਜ਼ਮਾਨਿਆਂ ਦੇ ਵਿੱਚ ਪਿਆਰਿਓ ਮਿਰਾਸੀ ਰਬਾਬੀ ਜਿਹੜੇ ਉਹ ਕੀਰਤਨ ਕਰਿਆ ਕਰਦੇ ਸਨ, ਤੇ ਅੰਮ੍ਰਿਤ ਵੇਲੇ ਆ ਕਰਕੇ ਉਹ ਕੀਰਤਨ ਕਰਦੇ। ਸੁਨਹਿ ਬੀਚ ਸੰਗਤ ਹਰ ਖਾਵੈ। ਸਤਿਗੁਰੂ ਮਹਾਰਾਜ ਐਨ ਪ੍ਰਸੰਨ ਚਿੱਤ ਹੋ ਕਰਕੇ ਸੰਗਤ ਦੇ ਵਿਚਕਾਰ ਬੈਠ ਕਰਕੇ ਕੀਰਤਨ ਨੂੰ ਸਰਵਣ ਕਰਦੇ। ਬੈਠੇ ਰਹੇ ਸਿੰਘਾਸਨ ਫੇਰ। ਫਿਰ ਸਤਿਗੁਰੂ ਮਹਾਰਾਜ ਸਿੰਘਾਸਣ ਦੇ ਉੱਤੇ ਬੈਠੇ ਰਹਿੰਦੇ ਹਨ। ਸਿੱਖ ਸੰਗਤ ਸਭ ਦਰਸ਼ਨ ਹੈ। ਜਿਹੜੀਆਂ ਸਿੱਖ ਸੰਗਤਾਵਾਂ ਜਿਹੜੀਆਂ ਦਰਸ਼ਨ ਕਰਨ ਵਾਸਤੇ ਆਉਂਦੀਆਂ, ਜਦੋਂ ਕੀਰਤਨ ਦੀ ਚੌਂਕੀ ਦੀ ਸਮਾਪਤੀ ਹੋ ਜਾਂਦੀ ਹੈ, ਉਹ ਤੋਂ ਬਾਅਦ ਪਿਆਰਿਓ ਸੰਗਤਾਂ ਜਿਹੜੀਆਂ ਹਨ, ਜਿਹੜੀਆਂ ਦੂਰੋਂ ਆਈਆਂ, ਕੋਈ ਮੁਰਾਦਾ ਲੈ ਕਰਕੇ ਜੋ ਆਏ, ਜਾਂ ਕਈਆਂ ਦੀ ਕੁਛ ਅਰਦਾਸ ਹੁੰਦੀ, ਉਹ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਖੜ ਕੇ ਅਰਦਾਸ ਬੇਨਤੀਆਂ ਕਰਦੇ, ਸਤਿਗੁਰਾਂ ਦੇ ਦਰਸ਼ਨ ਕਰਦੇ। ਦੋਹਰਾ ਸ੍ਰੀ ਗੁਰੂ ਨਾਨਕ ਕੀ ਸਦਾ ਚਰਚਾ ਕਰਤ ਉਦਾਰ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਪਿਆਰਿਓ ਕਵੀ ਰਾਜ ਜੀ ਦੱਸਦੇ, ਸਦਾ ਸਤਿਗੁਰੂ ਮਹਾਰਾਜ ਕੋਈ ਇੱਥੋਂ ਉੱਥੋਂ ਦੀਆਂ ਗੱਲਾਂ ਨਹੀਂ ਕਰਦੇ, ਤੇ ਜਿਹੜਾ ਵੀ ਕੋਈ ਗੁਰੂ ਕਾ ਸਿੱਖ ਆਉਂਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਿਹਨੇ ਸੰਗਤ ਕਰਨੀ ਕੀਤੀ ਹੈ, ਉਚੇਚੇ ਤੌਰ ਤੇ ਜਿਸ ਤਰ੍ਹਾਂ ਕਿ ਭਾਈ ਬਾਲਾ ਜੀ ਆਦਿਕ, ਉਹਨਾਂ ਨੂੰ ਬਿਠਾ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਚਰਚਾ ਕਰਦੇ ਹਨ, ਸਤਿਗੁਰੂ ਮਹਾਰਾਜ ਜੀ ਦੇ ਜੀਵਨ ਦੇ ਇਤਿਹਾਸ ਦੇ ਬਾਬਤ ਵਿਚਾਰਾਂ ਕਰਦੇ। ਜਥਾ ਚਰਿਤ੍ਰ ਪਵਿੱਤਰ ਬਹੁ ਜਗ ਬਚਿੱਤਰ ਬਿਰਸਥਾਰ। ਸਤਿਗੁਰੂ ਮਹਾਰਾਜ ਜੀ ਦਾ ਜੋ ਜੀਵਨ ਚਰਿੱਤਰ ਹੈ ਉਹ ਇੱਕਦਮ ਪਵਿੱਤਰ ਹੈ, ਤੇ ਜਗਤ ਦੇ ਵਿੱਚ ਪਿਆਰਿਓ ਵਿਚਿੱਤਰ ਵਿਸਥਾਰ, ਉਹਦਾ ਵਿਸਥਾਰ ਬਹੁਤ ਵਿਚਿੱਤਰ ਤਰ੍ਹਾਂ ਦੇ ਨਾਲ। ਵਿਚਿੱਤਰ ਦਾ ਮਤਲਬ ਹੈ ਕਿ ਜਿਹਨੂੰ ਪਿਆਰਿਓ ਆਪਾਂ ਸਮਝਣ ਤੋਂ ਜੋ ਪਰੇ ਹੋ ਜਾਵੇ ਗੱਲ, ਸੋਚਣ ਤੋਂ ਸਮਝਣ ਤੋਂ ਜੋ ਚੀਜ਼ ਪਰੇ ਦੀ ਹੋ ਜਾਵੇ, ਉਹਨੂੰ ਆਪਾਂ ਬਚਿੱਤਰ ਬੋਲਦੇ ਆ ਜਾਂ ਵਿਚਿੱਤਰ ਬੋਲਦੇ ਆ ਕਿ ਭਾਈ ਆਹ ਚੀਜ਼ ਤਾਂ ਬੜੀ ਵਿਚਿੱਤਰ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਦੇ ਜੋ ਚਰਿੱਤਰ ਹਨ ਪਿਆਰਿਓ, ਉਹ ਬਹੁਤ ਜ਼ਿਆਦਾ ਵਿਚਿੱਤਰ ਹਨ, ਆਸ਼ਚਰਜਮਈ ਹਨ। ਉਹਨੂੰ ਪਿਆਰਿਓ ਆਮ ਬੰਦਾ, ਆਮ ਦਿਮਾਗੀ ਬੰਦਾ ਦਿਮਾਗ ਦੇ ਨਾਲ ਨਹੀਂ ਸਮਝ ਸਕਦਾ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦਾ ਜੀਵਨ, ਮਹਾਰਾਜ ਦੀਆਂ ਕਥਾ ਕਹਾਣੀਆਂ, ਇਹ ਪਿਆਰਿਓ ਬੁੱਧੀ ਦਾ ਵਿਸ਼ਾ ਨਹੀਂ ਹੈ, ਇਹ ਹਿਰਦਾ ਦਾ ਵਿਸ਼ਾ ਹੈ। ਇਹਨੂੰ ਆਪਾਂ ਹਿਰਦੇ ਦੇ ਨਾਲ ਹੀ ਸਰਵਣ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ, ਜੋ ਆਪਾਂ ਜਦੋਂ ਦਸਮ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਾਂ, ਪਹਿਲੀ ਬਾਣੀ ਹੈ ਜਾਪ ਸਾਹਿਬ, ਉਹ ਤੋਂ ਬਾਅਦ ਅਕਾਲ ਪੁਰਖ ਦੀ ਉਸਤਤ ਕਰਨੀ ਕੀਤੀ, ਅਕਾਲ ਉਸਤਤ। ਉਹ ਤੋਂ ਬਾਅਦ ਪਿਆਰਿਓ ਤੀਜੀ ਜੋ ਬਾਣੀ ਆਉਂਦੀ ਹੈ, ਜਿਹਦਾ ਸਿਰਲੇਖ ਹੀ ਹੈ ਕਿ ਬਚਿੱਤਰ ਨਾਟਕ ਕਰਕੇ, ਇਹਦੇ ਵਿੱਚ ਜ਼ਿਆਦਾ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਦਾ ਜੋ ਕੁਛ ਸੰਖੇਪ ਇਤਿਹਾਸ ਜੋ ਹੈ, ਨਦਾਉਣ ਦਾ ਜੰਗ ਹੋ ਗਿਆ, ਤੇ ਭੰਗਾਣੀ ਦਾ ਯੁੱਧ ਹੋਇਆ ਹੈ, ਤੇ ਕਠਗੜ੍ਹ ਦਾ ਜਿਹੜਾ ਹੈ ਇਹ ਜੰਗ ਹੋਇਆ, ਤੇ ਇਸ ਤਰ੍ਹਾਂ ਕੁਛ ਇਹ ਜਿਹੜੀਆਂ ਜੰਗਾਂ ਹਨ, ਜਿਸ ਤਰ੍ਹਾਂ ਕਿ ਸ਼ਾਹਜ਼ਾਦੇ ਦਾ ਜਦੋਂ ਭਾਵ ਕਿ ਜੋ ਆਪ ਜੀ ਪ੍ਰਸ਼ਾਦਾ ਛਕਦੇ, ਪ੍ਰਸ਼ਾਦਾ ਆਪ ਜੀ ਦੇ ਵਾਸਤੇ ਤਿਆਰ ਹੋ ਗਿਆ। ਉਠ ਕਿਰਪਾਲ ਤਹਿ ਸੰਗ ਸਿਧਾਰੈ। ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ 2 ਪਹਿਰ ਦਾ ਪ੍ਰਸ਼ਾਦਾ ਛਕਣ ਦੇ ਵਾਸਤੇ, ਇਹਦੇ ਵਿੱਚ ਪਿਆਰਿਓ ਪੂਰੀ ਗੱਲ ਆ ਗਈ ਹੈ। ਅੰਮ੍ਰਿਤ ਵੇਲੇ ਉੱਠ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਹਿਲੇ ਸਮਾਧੀ ਦੇ ਵਿੱਚ, ਫਿਰ ਸਤਿਗੁਰੂ ਮਹਾਰਾਜ ਕੀਰਤਨ ਦੇ ਵਿੱਚ, ਤਕਰੀਬਨ ਪਿਆਰਿਓ 7-8 ਵਜੇ ਤੱਕ ਕੀਰਤਨ ਦੇ ਵਿੱਚ ਸਤਿਗੁਰੂ ਮਹਾਰਾਜ ਜੁੜ ਜਾਂਦੇ ਹਨ ਸੰਗਤਾਂ ਦੇ ਨਾਲ। ਫਿਰ ਸੰਗਤਾਂ ਦੇ ਜੋ ਬਚਨ ਹਨ, ਜੋ ਬੇਨਤੀਆਂ ਹਨ, ਉਹ ਸਤਿਗੁਰੂ ਮਹਾਰਾਜ ਸਰਵਣ ਕਰਿਆ ਕਰਦੇ, ਭਾਵ ਕਿ ਸੰਗਤ ਨੂੰ ਮਿਲਦੇ ਹਨ, ਸੰਗਤ ਨੂੰ ਦਰਸ਼ਨ ਦਿੰਦੇ।
ਇਹਦੇ ਵਿੱਚ ਤਕਰੀਬਨ 1-1.5 ਘੰਟਾ ਲੱਗ ਜਾਂਦਾ ਹੋਵੇਗਾ। ਉਹ ਤੋਂ ਬਾਅਦ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਸਤਿਗੁਰੂ ਮਹਾਰਾਜ ਦੀਆਂ ਕਥਾ ਕਹਾਣੀਆਂ ਇਹ ਸਰਵਣ ਕਰਦੇ ਹਨ ਤੇ ਤਕਰੀਬਨ ਪਿਆਰਿਓ 12-1 ਵਜੇ ਦਾ ਜਦੋਂ ਸਮਾਂ ਹੋ ਜਾਂਦਾ, ਉਸ ਵੇਲੇ ਜਦੋਂ ਲਾਂਗਰੀ ਸਿੱਖ ਆ ਕਰਕੇ ਕਹਿੰਦਾ ਮਹਾਰਾਜ ਪ੍ਰਸ਼ਾਦਾ ਤਿਆਰ ਹੈ, ਤਾਂ ਸਤਿਗੁਰੂ ਮਹਾਰਾਜ ਉੱਠ ਕਰਕੇ ਨਾ ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ, ਇਸ ਗਰਬ ਤੇ ਚਾਲੇ ਬਹੁਤ ਬਿਕਾਰਾ। ਭੁੱਲ ਕੇ ਵੀ ਪਿਆਰਿਆ ਜਾਤ ਪਾਤ ਦਾ ਗਰਬ ਨਹੀਂ ਕਰਨਾ ਚਾਹੀਦਾ, ਇਹਦੇ ਨਾਲ ਬੜਾ ਵਿਕਾਰ ਮਨ ਦੇ ਵਿੱਚ ਚੱਲਦਾ ਹੈ ਉਹਨਾਂ ਜ਼ਮਾਨਿਆਂ ਦੇ ਵਿੱਚ, ਕਿਉਂਕਿ ਅਜੋਕੇ ਜ਼ਮਾਨੇ ਦੇ ਵਿੱਚ ਪਿਆਰਿਓ ਇਹ ਗੱਲ ਤਾਂ ਬਿਲਕੁਲ ਖਤਮ ਹੋ ਗਈ ਹੈ, ਆਪਾਂ ਨੂੰ ਤਾਂ ਪਤਾ ਹੀ ਨਹੀਂ ਹੈ। ਲੇਕਿਨ ਪਹਿਲੇ ਜ਼ਮਾਨਿਆਂ ਦੇ ਵਿੱਚ ਇਹ ਉਹ ਜ਼ਮਾਨੇ ਦੀ ਗੱਲ ਚੱਲ ਰਹੀ ਹੈ, ਮਹਾਰਾਜ ਜੀ ਦੇ ਵੇਲੇ ਦੀ, ਤਕਰੀਬਨ ਅੱਜ ਤੋਂ ਪਿਆਰਿਓ 500 ਸਾਲ ਪੁਰਾਣੀ ਗੱਲ ਹੈ। ਜਾਤ ਪਾਤ ਦਾ ਪਿਆਰਿਓ ਬਹੁਤ ਵਾਦ ਵਟੰਡਾ ਹੋ ਜਾਇਆ ਕਰਦਾ। ਉੱਚੀ ਜਾਤ ਵਾਲੇ ਜਿਹੜੇ ਹੁੰਦੇ ਸਨ ਉਹਨਾਂ ਦੀਆਂ ਪੰਗਤਾਂ ਵੱਖਰੀਆਂ ਹੁੰਦੀਆਂ ਸਨ ਤੇ ਨੀਵੀਂ ਜਾਤ ਵਾਲਿਆਂ ਨੂੰ ਤਾਂ ਕੋਈ ਬੁਲਾਉਂਦਾ ਵੀ ਨਹੀਂ ਸੀ। ਜੇ ਉਹਨਾਂ ਨੂੰ ਕੋਈ ਛਕਾਉਣਾ ਵੀ ਹੈ, ਪ੍ਰਸ਼ਾਦਾ ਵੀ ਛਕਾਉਣਾ, ਤੇ ਅਖੌਤੀ ਨੀਵੀਂ ਜਾਤ ਵਾਲਿਆਂ ਨੂੰ ਪਿਆਰਿਓ ਬਾਰ-ਬਾਰ ਤੇ ਉਹਨਾਂ ਦੀ ਵੱਖਰੀ ਪੰਗਤ ਹੁੰਦੀ ਹੈ ਤੇ ਉਹਨਾਂ ਦਾ ਭੋਜਨ ਵੀ ਜਿਹੜਾ ਵੱਖਰਾ ਹੁੰਦਾ ਸੀ। ਇਹ ਇੰਨਾ ਜ਼ਿਆਦਾ ਇਹ ਕਰਿਆ ਕਰਦੇ ਕਿ ਉੱਚੀ ਜਾਤ ਵਾਲੇ ਬ੍ਰਾਹਮਣ ਹੋ ਗਿਆ, ਛਤਰੀ ਹੋ ਗਿਆ ਤੇ ਤਕਰੀਬਨ ਵੈਸ਼ ਵੀ ਜਿਹੜੇ ਹਨ ਉਹ ਜ਼ਿਆਦਾ ਕਰਕੇ, ਤੇ ਉਹਦੇ ਵਿੱਚ ਵੀ ਬਾਹਮਣਾਂ ਦੀ ਪੰਗਤ ਵੱਖਰੀ ਲੱਗਦੀ ਹੈ, ਛਤਰੀਆਂ ਦੀ ਵੱਖਰੀ, ਵੈਸ਼ਾਂ ਦੀ ਵੱਖਰੀ ਲੱਗਦੀ ਸੀ। ਤੇ ਸ਼ੂਦਰਾਂ ਨੂੰ ਤਾਂ ਪੰਗਤ ਦੇ ਵਿੱਚ ਹੀ ਨਹੀਂ ਬੈਠਣ ਦਿੱਤਾ ਜਾਂਦਾ, ਉਹਨਾਂ ਨੂੰ ਫਿਰ ਲਾਂਭੇ ਕਰਕੇ ਜੇ ਛਕਣਾ ਤੇ ਭਾਈ ਬਾਹਰ ਜਾ ਕਰਕੇ ਖੁੱਲੇ ਦੇ ਵਿੱਚ ਉਹਨਾਂ ਨੂੰ ਛਕਾ ਦਿਆ ਕਰਦੇ ਸਨ। ਲੇਕਿਨ ਪਿਆਰਿਓ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦਾ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਇੱਕ ਸੰਗਤ ਤੇ ਇੱਕ ਪੰਗਤ ਦਾ ਨਾਰਾ ਮਹਾਰਾਜ ਜੀ ਨੇ ਦ੍ਰਿੜ ਕਰਵਾਉਣਾ ਕੀਤਾ। ਲੰਗਰ ਦੀ ਜੋ ਪਰੰਪਰਾ ਸਤਿਗੁਰੂ ਮਹਾਰਾਜ ਜੀ ਨੇ ਆਰੰਭ ਕਰਨੀ ਕੀਤੀ, ਇਹਦਾ ਪਿਆਰਿਓ ਸਭ ਤੋਂ ਮੂਲ ਕਾਰਨ ਇਹੀ ਸੀ ਕਿ ਸਤਿਗੁਰੂ ਮਹਾਰਾਜ ਜਾਤ ਪਾਤ ਦਾ ਇਹ ਭਰਮ ਭੁਲੇਖਾ ਜੋ ਲੋਕਾਂ ਦੇ ਮਨ ਵਿੱਚ ਪੈ ਗਿਆ ਉਹਨੂੰ ਦੂਰ ਕਰਨਾ ਚਾਹੁੰਦੇ ਸਨ ਕਿ ਭਾਈ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਕਿ ਭਾਈ ਆ ਗੁਰਸਿੱਖਾ ਭਾਵੇਂ ਤੂੰ ਜੋ ਮਰਜੀ ਜਾਤੀ ਦਾ ਹੋਵੇ, ਭਾਵੇਂ ਤੂੰ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਸ਼ੂਦਰ ਹੋਵੇ, ਚਮਿਆਰ ਹੋਵੇ, ਕਿਰਸਾਨ ਹੋਵੇ, ਲੇਕਿਨ ਜੇ ਤੂੰ ਗੁਰੂ ਕਾ ਸਿੱਖ ਹੈ ਤੇ ਤੂੰ ਸਾਡਾ ਪਿਆਰਾ ਹੈ। ਇਸ ਤਰ੍ਹਾਂ ਪਿਆਰਿਓ ਲੰਗਰ ਦੇ ਵਿੱਚ ਇੱਕੋ ਪੰਗਤ ਦੇ ਵਿੱਚ ਸਾਰੇ ਬੈਠ ਕਰਕੇ ਪ੍ਰਸ਼ਾਦਾ ਛਕਦੇ ਹਨ, ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਹੁੰਦਾ। ਜੈਸੇ ਰੰਕ ਰਾਉ ਭੀ ਤੈਸੇ, ਜਿਸ ਤਰ੍ਹਾਂ ਕੇ ਰੰਕ ਜਿਹੜੇ ਜਿੱਥੇ ਉਹਨਾਂ ਨੂੰ ਬਿਠਾਇਆ ਜਾਂਦਾ ਤੇ ਉਥੇ ਰਾਉ ਵੀ ਜਿਹੜਾ ਹੈ, ਭਾਵ ਕਿ ਕੋਈ ਰਾਜਾ ਵੀ ਉਹਦੇ ਨਾਲ ਹੀ ਉਹੀ ਪੰਗਤ ਦੇ ਵਿੱਚ ਬਹਿੰਦਾ। ਅੱਜ ਵੀ ਕਈ ਵਾਰੀ ਪਿਆਰਿਓ ਵਿਸ਼ੇਸ਼ ਕਰਕੇ ਕਈ ਵਾਰੀ ਵੇਖਦੇ ਆ ਕੋਈ ਪਾਰਟੀ ਦੇ ਵਿੱਚ ਜਾਂ ਇਹਦੇ ਵਿੱਚ ਵੇਖਿਆ ਜਾਂਦਾ ਤੇ ਜੋ ਵੱਡੇ ਰਾਜੇ ਮਹਾਰਾਜੇ, ਜੋ ਵੱਡੇ ਸਪੈਸ਼ਲ VVIP ਲੋਕ ਹੁੰਦੇ, ਉਹਨਾਂ ਦੇ ਵਾਸਤੇ ਵੱਖਰਾ ਪ੍ਰਬੰਧ ਹੁੰਦਾ ਤੇ ਆਮ ਦੂਜਿਆਂ ਦੇ ਵਾਸਤੇ ਵੱਖਰਾ ਹੁੰਦਾ। ਲੇਕਿਨ ਪਿਆਰਿਓ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਗੁਰੂ ਘਰ ਦੇ ਵਿੱਚ ਲੰਗਰ ਦੇ ਵਿੱਚ ਆਪ ਜੀ ਦੇਖੋ ਤੇ ਜੋ ਵੀ ਹੋ ਜਾਵੇ ਲੰਗਰ ਦੇ ਵਿੱਚ ਜਦੋਂ ਆਪਾਂ ਪ੍ਰਸ਼ਾਦਾ ਛਕਦੇ ਆ ਤੇ ਆਪਾਂ ਜਿੱਥੇ ਪ੍ਰਸ਼ਾਦਾ ਛਕ ਰਹੇ ਨਾਲ ਹੋ, ਲੇਕਿਨ ਪਿਆਰਿਓ ਲੰਗਰ ਦੇ ਵਿੱਚ ਪੰਗਤ ਦੇ ਵਿੱਚ ਬੈਠਦੇ ਆ ਕਦੇ ਪਿਆਰਿਓ ਇਹ ਵਿਤਕਰਾ ਜਿਹੜਾ ਨਹੀਂ ਕਰਨਾ ਚਾਹੀਦਾ। ਆਪਾਂ ਤਾਂ ਪਿਆਰਿਓ ਬੇਸ਼ੱਕ ਇਹ ਗੱਲ ਨੂੰ ਆਪਾਂ ਨੂੰ ਸਮਝਣਾ ਚਾਹੀਦਾ ਕਿ ਬਾਵਾਂ ਚੱਕ ਕਰਕੇ ਤਾਂ ਆਪਾਂ ਕਹਿ ਦਿੰਦੇ ਆ ਕਿ ਲਓ ਜੀ ਸਤਿਗੁਰੂ ਮਹਾਰਾਜ ਜੀ ਨੇ ਇੱਕੋ ਪੰਗਤ ਦਾ ਨਾਰਾ ਦ੍ਰਿੜ ਕਰਨਾ ਕੀਤਾ, ਇੱਕੋ ਪੰਗਤ ਦੇ ਵਿੱਚ ਸਾਰਿਆਂ ਨੂੰ ਬਿਠਾਇਆ। ਅਕਬਰ ਦੀ ਸਾਕੀ ਵੀ ਆਪਾਂ ਬਾਵਾਂ ਚੱਕ ਕਰਕੇ ਸਰਵਣ ਕਰਾਉਂਦੇ ਹਨ। ਅਕਬਰ ਨੂੰ ਬਿਠਾਇਆ ਗਿਆ, ਨਾਲ ਜਿਹੜੇ ਹਨ ਮਜ਼ਹਬੀ ਬੈਠੇ ਸਨ, ਅਖੌਤੀ ਨੀਵੀਂ ਜਾਤ ਵਾਲੇ ਬੈਠੇ। ਲੇਕਿਨ ਪਿਆਰਿਓ ਬੇਸ਼ੱਕ ਇਹ ਸਾਖੀ ਜਿਹੜੀ ਹੈ ਇਹਦੇ ਵਿੱਚ ਤਾਂ ਅਕਬਰ ਤਾਂ ਧਨਤਾ ਦੇ ਯੋਗ ਸੀ। ਜੋ ਮਰਜੀ ਹੋ ਜਾਵੇ ਹਿੰਦੁਸਤਾਨ ਦਾ ਬਾਦਸ਼ਾਹ ਰਹਿ ਕਰਕੇ ਵੀ ਨੀਵੀਂ ਜਾਤ ਵਾਲਿਆਂ ਦੇ ਨਾਲ ਗਰੀਬਾਂ ਦੇ ਵਿਚਕਾਰ ਬੈਠ ਕਰਕੇ ਉਹਨੇ ਪ੍ਰਸ਼ਾਦਾ ਛਕਣਾ ਕੀਤਾ। ਲੇਕਿਨ ਕਈ ਵਾਰੀ ਕਈ ਲੋਕ ਪਿਆਰਿਓ ਉਹ ਲੰਗਰ ਦੇ ਵਿੱਚ ਵੀ ਬੜਾ ਗੁਰੇਜ਼ ਕਰਦੇ ਹਨ, ਕਹਿੰਦੇ ਜੀ ਲੰਗਰ ਦੇ ਵਿੱਚ ਜੇ ਛਕਣਾ ਜੀ ਸਾਡੀ ਵੱਖਰੀ ਪੰਗਤ ਲਗਾਈ ਜਾਵੇ, ਉੱਥੇ ਅਸੀਂ ਬੈਠ ਕੇ ਛਕਣਾ, ਇੱਥੇ ਬੜਾ ਝੂਠ ਮੀਠ ਹੁੰਦਾ, ਇੱਥੇ ਲੋਕਾਂ ਦੇ ਹੱਥ ਲੱਗ ਜਾਂਦੇ ਹਨ, ਕੋਈ ਨੀਵੀਂ ਜਾਤ ਵਾਲਾ ਨਾਲ ਸਾਡੇ ਬਹਿ ਜਾਂਦਾ, ਇਹ ਚੰਗਾ ਨਹੀਂ ਲੱਗਦਾ। ਕਈ ਜਿਹੜੇ ਜਾਦੀ ਬਾੜੀ ਜਿਹੜੀ ਸੋਧ ਰੱਖਦੇ ਹਨ
ਕਹਿੰਦੇ ਜੀ ਅਸੀਂ ਬੜੀ ਸੋਧ ਰੱਖਦੇ ਆ, ਉਹਨਾਂ ਨੂੰ ਇਹਨਾਂ ਗੱਲਾਂ ਤੋਂ ਬੜੀ ਐਲਰਜੀ ਹੁੰਦੀ ਹੈ। ਲੇਕਿਨ ਸਾਖੀਆਂ ਤਾਂ ਫਿਰ ਜ਼ਰੂਰ ਸੁਣਾਉਂਦੇ, ਤੇ ਤੁਹਾਡੇ ਨਾਲੋਂ ਤਾਂ ਫਿਰ ਪਿਆਰਿਓ ਅਕਬਰ ਵਧੀਆ ਹੋਇਆ ਨਾ। ਉਹਨੇ ਕੋਈ ਵਿਤਕਰਾ ਨਹੀਂ ਕੀਤਾ, ਉਹਨੇ ਨੀਵੀਂ ਜਾਤ ਵਾਲਿਆਂ ਦੇ ਨਾਲ, ਕੰਗਾਲ ਗਰੀਬਾਂ ਦੇ ਨਾਲ ਬੈਠ ਕੇ ਪ੍ਰਸ਼ਾਦਾ ਛਕ ਲਿਆ। ਲੇਕਿਨ ਤੁਸੀਂ ਪੰਗਤ ਦੇ ਵਿੱਚ ਬੈਠ ਕਰਕੇ ਛਕਣਾ ਤੇ ਸ਼ਰਮ ਮਹਿਸੂਸ ਕਰਦੇ। ਕਹਿੰਦੇ ਜੀ ਸਾਡੇ ਵਾਸਤੇ ਵੱਖਰੀ ਪੰਗਤ ਲਾਈ ਜਾਵੇ, ਅਸੀਂ ਉੱਥੇ ਛਕਣਾ। ਨਹੀਂ ਪਿਆਰਿਓ, ਆਪਣੇ ਘਰਾਂ ਦੇ ਵਿੱਚ ਜੋ ਮਰਜ਼ੀ ਕਰਨਾ ਕਰ ਸਕਦੇ ਹੋ, ਉਹ ਤੁਹਾਡੀ ਮਰਜ਼ੀ। ਲੇਕਿਨ ਗੁਰੂ ਘਰ ਦੇ ਵਿੱਚ ਜਦੋਂ ਆਉਂਦੇ ਆ ਤੇ ਜੋ ਪੰਗਤ ਦੇ ਵਿੱਚ ਮਹਾਰਾਜ ਨੇ ਇਹੀ ਤਾਂ ਰਾਵ ਰੰਗ ਦਾ ਜਿਹੜਾ ਹੈ ਇਹ ਭੇਦ ਮਿਟਾਉਣ ਦੇ ਵਾਸਤੇ ਹੀ ਤਾਂ ਲੰਗਰ ਦੀ ਪ੍ਰਥਾ ਨੂੰ ਆਰੰਭ ਕਰਨਾ ਕੀਤਾ। ਉੱਥੇ ਵੀ ਜਾ ਕਰਕੇ ਆਪਾਂ ਇਹ ਭਿੰਨ ਭੇਦਤਾ ਕਰਾਂਗੇ ਤਾਂ ਇਹ ਗੱਲ ਠੀਕ ਨਹੀਂ ਹੈ। ਇਸ ਕਰਕੇ ਗੁਰੂ ਘਰ ਦੇ ਵਿੱਚ ਜਦੋਂ ਵੀ ਜਾਣਾ ਨਾ ਪਿਆਰਿਓ, ਤੇ ਫਿਰ ਇਹੋ ਜਿਹਾ ਭਰਮ ਭੁਲੇਖਾ ਨਹੀਂ ਕਰਨਾ ਚਾਹੀਦਾ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਇਹ ਭਰਮ ਭੁਲੇਖਿਆਂ ਨੂੰ ਕੱਟਣਾ ਕੀਤਾ, ਨਿਵਰਤ ਕਰਨਾ ਕੀਤਾ। ਮਾਟੀ ਕੇ ਬਾਸਨ ਹੋਏ ਸਾਰੇ, ਕਿਉਂਕਿ ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਜ਼ਿਆਦਾ ਕਰਕੇ ਮਿੱਟੀ ਦੇ ਭਾਂਡੇ, ਥਾਲੀਆਂ ਵੀ, ਬਾਟੀਆਂ, ਕਟੋਰੀਆਂ ਵੀ ਮਿੱਟੀ ਦੀਆਂ ਹੁੰਦੀਆਂ ਸਨ। ਅੱਜ ਵੀ ਆਪਾਂ ਕਈ ਵਾਰੀ ਵੇਖਦੇ ਹਾਂ ਤੇ ਉੱਥੇ ਮਿੱਟੀ ਦੇ ਭਾਂਡੇ ਹੁੰਦੇ, ਤੇ ਜਿਹਨੂੰ ਇੱਕ ਵਾਰੀ ਤੁਸੀਂ ਵਰਤ ਲਿਆ ਉਸ ਤੋਂ ਬਾਅਦ ਫਿਰ ਉਹ ਸੁੱਟ ਦਿੱਤਾ ਜਾਂਦਾ, ਤੇ ਮਿੱਟੀ ਦੇ ਭਾਂਡਿਆਂ ਦੇ ਵਿੱਚ ਕਈ ਵਾਰੀ ਪ੍ਰਸ਼ਾਦਾ ਛਕਾਇਆ ਜਾਂਦਾ। ਪੱਤਰਨ ਮਹਿ ਅਚਲੇਹ ਆਹਾਰੇ, ਫਿਰ ਕਈ ਵਾਰੀ ਜਦੋਂ ਸੰਗਤ ਜਾਦੀ ਆ ਜਾਵੇ ਤੇ ਪੱਤੇ ਜਿਹੜੇ ਹੁੰਦੇ ਹਨ ਉਹਨੂੰ ਪਿਆਰਿਓ ਪੱਤਲ ਬੋਲਦੇ। ਤੇ ਅਜੋਕੇ ਜ਼ਮਾਨੇ ਦੇ ਵਿੱਚ ਤਾਂ ਇਹ ਬਹੁਤ ਘਟ ਗਿਆ। ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਪਤਲਾਂ ਦੇ ਵਿੱਚ ਪ੍ਰਸ਼ਾਦਾ ਛਕਾਉਣਾ, ਤੇ ਖਾਸ ਕਰਕੇ ਜਦੋਂ ਖੁਸ਼ੀ ਦਾ ਜਦੋਂ ਕੋਈ ਦਿਨ ਹੋਵੇ, ਖੁਸ਼ੀ ਦਾ ਕੋਈ ਮੌਕਾ ਹੋਵੇ, ਹਰੀਆਂ ਪਤਲਾਂ ਜਿਹੜੀਆਂ ਹਨ ਉਹਦੇ ਵਿੱਚ ਛਕਾਇਆ ਜਾਂਦਾ। ਤੇ ਆਪਣੇ ਇਲਾਕੇ ਦੇ ਵਿੱਚ ਪਿਆਰਿਓ ਕੇਲਾ ਵੀ ਬੜਾ ਹੁੰਦਾ, ਕੇਲੇ ਦੇ ਵੀ ਪੱਤੇ ਜਿਹੜੇ ਹਨ, ਤੇ ਕੇਲੇ ਦੇ ਪੱਤੇ ਨੂੰ ਲਿਆ ਕਰਕੇ ਉਹਦਾ ਵੱਟ ਕੱਢਣ ਵਾਸਤੇ ਉਹਨੂੰ ਵਿਚਕਾਰੋਂ ਮਾਰਦੇ ਸਨ ਕਿ ਕਈ ਵਾਰੀ ਉਹ ਵੱਟ ਪੈ ਜਾਂਦਾ ਤੇ ਚੌਲ ਊਲ ਗਿਰ ਜਾਂਦੇ। ਉਹਦਾ ਵੱਟ ਕੱਢ ਕਰਕੇ ਫਿਰ ਚੰਗੀ ਤਰ੍ਹਾਂ ਉਹਦੇ ਵਿੱਚ ਪਰੋਸ ਕਰਕੇ ਛਕਿਆ ਜਾਂਦਾ ਸੀ। ਲੇਕਿਨ ਅਜੋਕੇ ਜ਼ਮਾਨੇ ਦੇ ਵਿੱਚ ਪਿਆਰਿਓ ਕਈਆਂ ਨੂੰ ਇਹ ਚੰਗਾ ਨਹੀਂ ਲੱਗਦਾ, ਤੇ ਉਹ ਪੱਤੇ ਵੀ ਜਿਹੜੇ ਪਲਾਸ ਦੇ ਪੱਤੇ ਹੋਇਆ ਕਰਦੇ ਸਨ, ਤੇ ਪਲਾਸ ਦੇ ਪੱਤਿਆਂ ਨੂੰ ਲੈ ਕਰਕੇ ਉਹਨੂੰ ਚੰਗੀ ਤਰ੍ਹਾਂ ਟਾਂਕੇ ਲਾਇਆ ਜਾਂਦਾ ਸੀ, ਸੀ ਕਰਕੇ ਉਹਦੀਆਂ ਪਤਲਾ ਬਣਾ ਕਰਕੇ। ਤੇ ਆਪਣੇ ਇਲਾਕੇ ਦੇ ਵਿੱਚ, ਕਿਉਂਕਿ ਆਪਾਂ ਵੇਖਦੇ ਹਾਂ ਹਜੂਰ ਸਾਹਿਬ ਦੇ ਵਿੱਚ, ਪੰਜਾਬ ਦੇ ਵਿੱਚ ਤਾਂ ਪਿਆਰਿਓ ਜ਼ਿਆਦਾ ਇਹ ਨਜ਼ਰ ਨਹੀਂ ਆਉਂਦਾ, ਲੇਕਿਨ ਆਪਣੇ ਕੋਲ ਜਦੋਂ ਬਹੁਤ ਵੱਡੇ ਜਦੋਂ ਸਮਾਗਮ ਹੋਇਆ ਕਰਦੇ ਹਨ ਤੇ ਫਿਰ ਭਾਂਡਿਆਂ ਨੂੰ ਲੈ ਕੇ ਜਾਣਾ ਜੀ, ਫਿਰ ਭਾਂਡਿਆਂ ਨੂੰ ਸਾਫ਼ ਕਰਨਾ, ਮਾਂਜਣਾ, ਬੜਾ ਪਿਆਰਿਓ ਇਹ ਕੰਮ ਜਿਹੜਾ ਵੱਧ ਜਾਂਦਾ। ਤੇ ਨਾਲ ਫਿਰ ਕਈ ਵਾਰੀ ਕੀ ਹੁੰਦਾ, ਕਈ ਜਿਹੜੇ ਹਨ ਲਾਗੇ ਛਾਗੇ ਦੇ ਜਦੋਂ ਆ ਜਾਂਦੇ ਗਰੀਬ ਉਰੀਬ, ਕਈ ਚੋਰ ਆਦਿਕ, ਉਹ ਫਿਰ ਪਿਆਰਿਓ ਥਾਲੀਆਂ ਵੀ, ਕਟੋਰੀਆਂ, ਚਮਚੇ ਚੁਮਚੇ ਸਭ ਚੱਕ ਕਰਕੇ ਲੈ ਕੇ ਜਾਂਦੇ। ਇਸ ਕਰਕੇ ਫਿਰ ਸਾਡੇ ਪ੍ਰਵਾਈ ਤੂੰ ਚੱਕ ਲੈ, ਇੱਕ ਵਾਰੀ ਛਕ ਲਿਆ ਉਹਨੂੰ ਫਿਰ ਲੈ ਕਰਕੇ ਸੁੱਟ ਦੇਣਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਵੇਲੇ ਤੇ ਪਤਲਾਂ ਦੇ ਵਿੱਚ ਜਾਂ ਮਿੱਟੀ ਦੇ ਭਾਂਡਿਆਂ ਦੇ ਵਿੱਚ ਪ੍ਰਸ਼ਾਦਾ ਛਕਾਇਆ ਜਾਂਦਾ ਸੀ। ਜੋ ਚੌਂਕੇ ਮਹਿ ਅਚਹਿ ਰਸੋਈ, ਜਿਹੜਾ ਚੌਂਕੀ ਦੇ ਵਿੱਚ ਰਸੋਈ ਛਕਦਾ, ਗੁਰੂ ਸਮੀਪ ਜਾਏ ਨਹਿ ਸੋਈ, ਉਹ ਕੀ ਕਰਦਾ, ਉਹਦੇ ਵਿੱਚ ਕੋਈ ਸ਼ਰਮ ਕਈਆਂ ਨੂੰ ਨਹੀਂ ਆਉਂਦੀ ਹੈ, ਲੇਕਿਨ ਇਹੋ ਜਿਹਾ ਇਹ ਕਰਨਾ ਉਹਦੇ ਵਿੱਚ ਕਈ ਲੋਕ ਬੜੇ ਸ਼ਰਮ ਮਹਿਸੂਸ ਕਰਦੇ ਹਨ ਕਿ ਲੋਕੀ ਕੀ ਕਹਿਣਗੇ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਏ, ਪ੍ਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੈ ਨਾ। ਸਤਿਗੁਰੂ ਮਹਾਰਾਜ ਜੀ ਨੂੰ ਕੋਈ ਪਰਵਾਹ ਨਹੀਂ ਹੈ, ਕੋਈ ਕਾਨ ਕਨੌਟ ਨਹੀਂ ਹੈ। ਬੱਚਿਆਂ ਦੇ ਨਾਲ ਬੱਚੇ ਬਣ ਕਰਕੇ ਸਤਿਗੁਰੂ ਮਹਾਰਾਜ ਖੇਡਾਂ ਖੇਡਦੇ ਹਨ। ਹੋਹੇ ਪ੍ਰਸੰਨ ਮਿਲਹਿ ਸਿਸ ਮੇਲ, ਤੇ ਫਿਰ ਬੱਚੇ ਵੀ ਪਿਆਰਿਓ, ਕਿਉਂਕਿ ਬੱਚਿਆਂ ਦਾ ਇੱਕ ਸੁਭਾਅ ਹੁੰਦਾ, ਜਿਹੜੇ ਬੱਚਿਆਂ ਨੂੰ ਤੁਸੀਂ ਝਿੜਕਾਂ ਦਿਓ, ਥੋੜਾ ਘੂਰੋ, ਉਹਨਾਂ ਨੂੰ ਧਮਕਾਓ, ਤੇ ਬੱਚੇ ਉਹਨਾਂ ਦੇ ਲਾਗੇ ਨਹੀਂ ਜਾਂਦੇ। ਉਹ ਕਹਿੰਦੇ ਕਿ ਨਹੀਂ ਜੀ ਇਹ ਬੰਦਾ ਬੜਾ ਖਰਾਬ ਹੈ। ਲੇਕਿਨ ਬੱਚਿਆਂ ਦੇ ਨਾਲ ਮਿਲ ਕਰਕੇ ਹਾਸਾ ਕਰੋ, ਉਹਨਾਂ ਦੇ ਨਾਲ ਖੇਡੋ, ਤੇ ਬੱਚੇ ਵੀ ਫਿਰ ਭੱਜ ਭੱਜ ਕਰਕੇ ਆਉਂਦੇ। ਜਦੋਂ ਪਿਆਰਿਓ ਖੇਡਣ ਦਾ ਸਮਾਂ ਆ ਜਾਂਦਾ ਨਾ, ਤੇ ਸਾਰੀਆਂ ਗਲੀਆਂ ਜਿਹੜੀਆਂ ਹਨ ਖਡੂਰ ਸਾਹਿਬ ਦੀਆਂ ਖਾਲੀ ਹੋ ਜਾਂਦੀਆਂ। ਘਰਾਂ ਦੇ ਵਿੱਚ ਬੱਚੇ ਜਿਹੜੇ ਨਿਕਲ ਜਾਂਦੇ, ਘਰ ਬੱਚਿਆਂ ਤੋਂ ਵਿਹਲੇ ਹੋ ਜਾਂਦੇ, ਭੱਜ ਭੱਜ ਕੇ ਗੁਰੂ ਘਰ ਦੇ ਵਿੱਚ ਆਣਾ, ਸਤਿਗੁਰੂ ਮਹਾਰਾਜ ਜੀ ਦੇ ਕੋਲ ਆ ਕਰਕੇ ਕਹਿਣਾ, ਸਤਿਗੁਰੂ ਮਹਾਰਾਜ ਆਪਾਂ ਉਹ ਖੇਡ ਖੇਡੀਏ, ਆਪਾਂ ਮਹਾਰਾਜ ਜੀ ਉਹ ਖੇਡ ਖੇਡੀਏ। ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਪਿਆਰਿਓ, ਕਿ ਭਜਣਾ ਹੈ,
ਕਬੱਡੀ ਆਦਿਕ ਖੇਡਣਾ, ਔਰ ਵੀ ਬਹੁਤ ਸਾਰੀਆਂ ਖੇਡਾਂ ਸਤਿਗੁਰੂ ਮਹਾਰਾਜ ਬੱਚਿਆਂ ਦੇ ਨਾਲ ਬੱਚੇ ਬਣ ਕਰਕੇ ਖੇਡਾਂ ਖੇਡਦੇ ਹਨ। ਪਹਿਰ ਤੀਸਰੂ ਏਵ ਬਿਤਾਵੇ। ਇੰਜ ਸਤਿਗੁਰੂ ਮਹਾਰਾਜ ਤੀਜਾ ਪਹਿਰ ਜਿਹੜਾ ਹੈ, ਇਹ ਤੀਜਾ ਪਹਿਰ ਪਿਆਰਿਓ ਪ੍ਰਸ਼ਾਦਾ ਛਕਣ ਦਾ ਤੇ ਬੱਚਿਆਂ ਦੇ ਨਾਲ ਖੇਡਣ ਦੇ ਵਿੱਚ ਤਕਰੀਬਨ 12 ਤੋਂ ਲੈ ਕਰਕੇ 3 ਵਜੇ ਤੱਕ ਸਤਿਗੁਰੂ ਮਹਾਰਾਜ ਤੀਜਾ ਪਹਿਰ ਇੰਜ ਬਤੀਤ ਕਰਦੇ। ਪਹਿਲਵਾਨ ਤਬ ਗੁਰੂ ਬੁਲਾਵੇ। ਤੇ ਫਿਰ ਪਿਆਰਿਓ ਜਦੋਂ ਚੌਥਾ ਪਹਿਰ ਦਿਨ ਦਾ ਚੜ੍ਹਦਾ ਨਾ, ਤਾਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਜੋ ਭਲਵਾਨ ਹਨ, ਅਖਾੜੇ ਦੇ ਵਿੱਚ ਪਹਿਲਵਾਨੀ ਕੁਸ਼ਤੀਆਂ ਕਰਨ ਵਾਲੇ, ਉਹ ਪਹਿਲਵਾਨ ਸਤਿਗੁਰੂ ਮਹਾਰਾਜ ਜੀ ਦੇ ਕੋਲ ਆ ਜਾਂਦੇ। ਮਿਲਹਿ ਆਏ ਬਹੁ ਪਹਿਰ ਅਖਾਰਾ। ਉਹ ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਡੰਡ ਬੈਠਕਾਂ ਲਾਉਂਦੇ ਹਨ, ਕਸਰਤ ਕਰਦੇ। ਸਤਿਗੁਰੂ ਮਹਾਰਾਜ ਉਹਨਾਂ ਨੂੰ ਕਸਰਤ ਕਰਾਉਂਦੇ ਉਹਨਾਂ ਤੋਂ ਕਿ ਨਹੀਂ ਭਾਈ ਇੰਨੇ ਡੰਡ ਲਾਉਣਾ, ਇੰਨੀ ਤੂੰ ਕਸਰਤ ਕਰਨਾ ਕਰ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਆਪਣੀ ਹਯਾਤੀ ਦੇ ਵਿੱਚ ਇਹ ਕੰਮ ਕਰਿਆ ਕਰਦੇ ਸਨ। ਤਾਂ ਹੀ ਤਾਂ ਪਿਆਰਿਓ ਅੱਜ ਜੇ ਆਪਾਂ ਜਾਂਦੇ ਨਾ ਗੁਰਦੁਆਰਾ ਖਡੂਰ ਸਾਹਿਬ, ਜਦੋਂ ਨਗਰ ਦੇ ਵਿੱਚ, ਉੱਥੇ ਇੱਕ ਅਸਥਾਨ ਹੈ, ਉਹ ਗੁਰਦੁਆਰੇ ਦਾ ਨਾਮ ਹੀ ਪੈ ਗਿਆ ਗੁਰਦੁਆਰਾ ਮੱਲ ਅਖਾੜਾ ਸਾਹਿਬ। ਤੇ ਆਪ ਜੀ ਕਈ ਵਾਰੀ ਫਿਰ ਦਿੱਕਤ ਵੀ ਹੋ ਜਾਂਦੀ ਹੈ ਕਈਆਂ ਨੂੰ ਕਿ ਭਾਈ ਗੁਰਦੁਆਰਾ ਤਾਂ ਹੈ ਲੇਕਿਨ ਮੱਲ ਅਖਾੜਾ, ਇਹਦਾ ਕੀ ਮਤਲਬ ਹੈ? ਮੱਲ ਅਖਾੜਾ ਦਾ ਮਤਲਬ ਹੁੰਦਾ ਜਿੱਥੇ ਮੱਲ ਦਾ ਮਤਲਬ ਕਿ ਪਹਿਲਵਾਨ ਕੁਸ਼ਤੀਆਂ ਲੜਦੇ, ਉਹਨਾਂ ਦਾ ਅਖਾੜਾ ਬੋਲਦੇ ਆ। ਤੇ ਜਿੱਥੇ ਉਹ ਕੁਸ਼ਤੀਆਂ ਲੜਦੇ ਤੇ ਕੁਸ਼ਤੀਆਂ ਲੜਨ ਦਾ ਅਖਾੜਾ ਵੱਖਰਾ ਹੁੰਦਾ, ਲੇਕਿਨ ਉਹ ਗੁਰਦੁਆਰਾ ਕਿਸ ਤਰ੍ਹਾਂ ਬਣ ਗਿਆ? ਨਹੀਂ ਪਿਆਰਿਓ, ਜਿੱਥੇ ਸਤਿਗੁਰੂ ਮਹਾਰਾਜ ਮੱਲਾਂ ਨੂੰ, ਪਹਿਲਵਾਨਾਂ ਨੂੰ ਆਪਸ ਦੇ ਵਿੱਚ ਭਿੜਾਉਂਦੇ ਸਨ, ਉਹਨਾਂ ਤੋਂ ਡੰਡ ਬੈਠਕਾਂ ਕਢਾਉਂਦੇ ਸਨ, ਕੁਸ਼ਤੀਆਂ ਕਰਾਉਂਦੇ ਸਨ। ਫਿਰ ਬਾਅਦ ਵਿੱਚ ਸੰਗਤਾਂ ਨੇ ਉਹ ਯਾਦ ਦੇ ਵਿੱਚ ਉੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਕਰਨਾ ਕੀਤਾ, ਉਹਦਾ ਨਾਮ ਹੀ ਰੱਖ ਦਿੱਤਾ ਕਿ ਗੁਰਦੁਆਰਾ ਮੱਲ ਅਖਾੜਾ ਸਾਹਿਬ। ਕਿ ਭਾਈ ਸਤਿਗੁਰੂ ਮਹਾਰਾਜ ਆਪ ਇੱਥੇ ਆਪਣੀ ਹਯਾਤੀ ਦੇ ਵਿੱਚ, ਆਪਣੀ ਨਿਗਰਾਨੀ ਦੇ ਵਿੱਚ ਪਹਿਲਵਾਨਾਂ ਨੂੰ ਖੁਰਾਕਾਂ ਦਿਆ ਕਰਦੇ ਸਨ। ਜਿਹੜੇ ਤਗੜੇ ਪਹਿਲਵਾਨਾਂ ਨੂੰ ਖੁਰਾਕ ਦੇਣੀ ਹੈ ਤੇ ਉਹਨਾਂ ਤੋਂ ਮਿਹਨਤ ਕਰਾਉਣਾ, ਮਸ਼ੱਕਤ ਕਰਾਉਣੀ। ਫਿਰਹਿ ਆਪ ਮਹਿ ਬਲ ਧਰ ਭਾਰਾ। ਫਿਰ ਪਹਿਲਵਾਨ ਜਿਹੜੇ ਆਪਸ ਦੇ ਵਿੱਚ ਬਲ ਧਾਰਨ ਕਰਕੇ ਇੱਕ ਦੂਜੇ ਦੇ ਨਾਲ ਭਿੜਦੇ ਹਨ, ਲੜਦੇ ਹਨ। ਕਹਿ ਕਹਿ ਤਿਨਹੁ ਪਿਰਾਵਨ ਠਾਨਹਿ। ਸਤਿਗੁਰੂ ਮਹਾਰਾਜ ਆਪ ਕਹਿ ਕਰਕੇ ਉਹਨਾਂ ਨੂੰ ਭਿੜਾਉਂਦੇ, ਚੱਲ ਭਾਈ ਭਿੜ, ਇਹਨੂੰ ਆਪ ਪੇਚਾ ਦੇ, ਉਹਨੂੰ ਧੋਬੀ ਪਛਾੜ ਦੇਣਾ ਕਰ, ਉਹਨੂੰ ਕੈਂਚੀ ਮਾਰ ਕਰਕੇ ਧਰਤੀ ਦੇ ਉੱਤੇ ਸੁੱਟ ਦੇ, ਉਹਨੂੰ ਚੁੱਕ ਕਰਕੇ ਵਗਾ ਕਰਕੇ ਮਾਰਨਾ ਕਰ। ਇੰਜ ਸਤਿਗੁਰੂ ਮਹਾਰਾਜ ਆਪ ਪਹਿਲਵਾਨਾਂ ਨੂੰ ਤੇ ਜੋ ਪੈਤਰੇ ਹੁੰਦੇ, ਉਹ ਪੈਤਰੇ ਵੀ ਦੱਸਿਆ ਕਰਦੇ। ਕੁਸ਼ਤੀ ਕਰਤ ਜੀਤ ਕਹਿ ਹਾਨੈ। ਤੇ ਫਿਰ ਕੁਸ਼ਤੀ ਕਰਦਿਆਂ ਕਈ ਜਿੱਤ ਜਾਂਦੇ ਤੇ ਮਹਾਰਾਜ ਉਹਨਾਂ ਨੂੰ ਇਨਾਮਾਂ ਦਿੰਦੇ ਹਨ। ਫਿਰ ਦੂਜੇ ਦਿਨ ਤੂਨੇ ਇੰਜ ਭਿੜਨਾ ਹੈ, ਆਪਣੀ ਗਲਤੀ ਨੂੰ ਸੁਧਾਰ ਕਰਕੇ। ਅੱਜ ਪਿਆਰਿਓ ਇਹ ਜੋ ਚੀਜ਼ਾਂ ਜਿਹੜੀਆਂ ਹਨ ਬਿਲਕੁਲ ਸਿੱਖਾਂ ਦੇ ਵਿੱਚੋਂ ਪਿਆਰਿਓ ਖਤਮ ਹੋ ਗਈਆਂ, ਕਿਉਂਕਿ ਜਿਹੜੇ ਮੋਬਾਈਲ ਆ ਗਏ, ਨਾਲ ਗੱਡੀਆਂ ਆ ਗਈਆਂ। ਜ਼ਿਆਦਾ ਕਰਕੇ ਪਿਆਰਿਓ ਸੱਚ ਜਾਣੋ, ਜਵਾਨੀਆਂ ਨੂੰ ਇਹਨਾਂ ਨੇ ਤਕਰੀਬਨ ਬਰਬਾਦ ਹੀ ਕਰ ਦਿੱਤਾ। ਕਿਉਂਕਿ ਪਹਿਲੇ ਜ਼ਮਾਨੇ ਦੇ ਵਿੱਚ ਬੱਚੇ ਖੇਡਦੇ ਵੀ ਸੀ ਤੇ ਖੇਡਣ ਦੇ ਵਿੱਚ ਪਿਆਰਿਓ ਸਰੀਰ ਬਣਦਾ ਸੀ, ਤਗੜਾ ਹੁੰਦਾ ਸੀ, ਰਿਸ਼ਟ ਪੁਸ਼ਟ ਹੁੰਦੇ ਸਨ, ਸਰੀਰ ਦੇ ਵਿੱਚ ਇੱਕ ਕਸ ਹੁੰਦਾ ਸੀ ਉਹਨਾਂ ਦੇ, ਤੇ ਕੋਈ ਬਿਮਾਰੀਆਂ ਵੀ ਲਾਗੇ ਨਹੀਂ ਆਉਂਦੀਆਂ। ਅੱਜ ਆਪਾਂ ਵੇਖਦੇ ਹਾਂ ਪਿਆਰਿਓ ਅਜੋਕੇ ਜ਼ਮਾਨੇ ਦੇ ਵਿੱਚ ਪਾਣੀ ਵੀ ਪੀਣਾ ਤੇ ਬੜਾ ਆਪਾਂ ਫਿਲਟਰ ਦਾ ਪੀਂਦੇ ਹਾਂ, ਤੇ ਉਹਦੇ ਵਿੱਚ ਵੀ ਕਦੇ ਨਾ ਪੀਤਾ ਜਾਵੇ ਪਾਣੀ ਤੇ ਬੰਦਾ ਬਿਮਾਰ ਹੋ ਜਾਂਦਾ। ਤੇ ਕਈ ਬਿਮਾਰੀਆਂ ਜਿਹੜੀਆਂ ਹਨ ਲੱਗ ਜਾਣਾ ਜੀ। ਤਕਰੀਬਨ ਬੱਚਿਆਂ ਨੂੰ ਵੀ ਵੇਖੋ, ਨੌਜਵਾਨਾਂ ਨੂੰ ਵੀ ਵੇਖੋ, ਕੀ ਹੋਇਆ, ਹਰ ਮਹੀਨੇ 2 ਮਹੀਨੇ ਦੇ ਬਾਅਦ ਬੰਦਾ ਬਿਮਾਰ ਪਿਆ ਹੋਇਆ ਜੀ। ਬੁਖਾਰ ਆ ਗਈ ਜੀ, ਜ਼ੁਕਾਮ ਲੱਗ ਗਿਆ, ਥੋੜਾ ਕੋ ਕੰਮ ਉਹਨੇ ਕਰ ਲਿਆ ਜ਼ਿਆਦਾ, ਲੱਕ ਫੜ ਕੇ ਬਹਿ ਜਾਂਦਾ, ਕਹਿੰਦਾ ਜੀ ਲੱਕ ਵੀ ਦੁਖ ਰਿਹਾ। ਥੋੜਾ ਉਹਨੂੰ ਚਲਾਓ, 1-2 ਘੰਟੇ ਉਹਨੂੰ ਖੜੇ ਰੱਖੋ ਤੇ ਪੈਰਾਂ ਦੁਖਦੇ ਹਨ, ਕਿਉਂਕਿ ਸਰੀਰ ਕਰਕੇ ਕੰਮ ਹੀ ਨਹੀਂ ਰਹਿ ਗਿਆ। ਸਰੀਰ ਕਰਕੇ ਆਪਾਂ ਨੇ ਸਰੀਰ ਨੂੰ ਇੰਨਾ ਜ਼ਿਆਦਾ ਆਲਸੀ ਬਣਾ ਲਿਆ, ਤੇ ਜਦੋਂ ਇੱਕ ਵਾਰੀ ਸਰੀਰ ਆਲਸ ਦੇ ਨਾਲ ਘਿਰ ਜਾਵੇ ਤਾਂ ਫਿਰ ਪਿਆਰਿਓ ਸਰੀਰ ਦੇ ਵਿੱਚ ਉਹ ਚੰਚਲਤਾ ਨਹੀਂ ਆ ਸਕਦੀ ਹੈ। ਤੇ ਅੱਜ ਆਪਾਂ ਵੇਖਦੇ ਹਾਂ ਫਿਲਟਰ ਲੱਗ ਗਿਆ ਜੀ, ਆਹ ਪਾਣੀ ਹੈ, ਮਿਨਰਲ ਵਾਟਰ ਹੈ, ਇਹ ਆ, ਹਰ ਚੀਜ਼ ਦੇ ਪਿੱਛੇ ਆਪਾਂ ਇੰਨਾ ਧਿਆਨ ਰੱਖਦੇ। ਲੇਕਿਨ ਪਿਆਰਿਓ ਆਪ ਇੱਕ ਵਿਚਾਰ ਕਰਨਾ ਕਰੋ, ਬਹੁਤ ਜ਼ਿਆਦਾ ਨਹੀਂ, ਅੱਜ ਤੋਂ 15-20 ਸਾਲ ਪਹਿਲੇ ਕਿਹੜਾ ਕੋਈ ਫਿਲਟਰ ਸੀ? ਮਿਨਰਲ ਵਾਟਰ, ਆਰਓ ਦਾ ਪਾਣੀ ਇਹ ਹੈ।
ਜੋ ਮਰਜੀ ਬਸ ਜਿੱਥੇ ਵੀ ਕੋਈ ਟੂਟੀ ਨਜ਼ਰ ਆ ਜਾਂਦੀ ਸੀ, ਕੌਣ ਵੇਖਦਾ ਸੀ ਕਿ ਭਾਈ ਪਾਣੀ ਕਦੋਂ ਦਾ ਪਿਆ ਆ, ਸਿੱਧਾ ਜਾ ਕਰਕੇ ਛਕ ਲੈਣਾ। ਤੇ ਉਸ ਵੇਲੇ ਕੋਈ ਬਿਮਾਰ ਨਹੀਂ ਹੁੰਦਾ, ਕਿਉਂਕਿ ਪਾਣੀ ਤਾਂ ਠੀਕ ਨਹੀਂ ਸੀ, ਲੇਕਿਨ ਸਾਡੀ ਪਾਚਨ ਕਿਰਿਆ ਇੰਨੀ ਵਧੀਆ ਸੀ। ਸਿਆਣੇ ਕਹਿੰਦੇ ਤੇ ਇਹੋ ਜਿਹੇ ਬੰਦਿਆਂ ਦੀ ਪਾਚਨ ਕਿਰਿਆ ਸੀ ਤੇ ਉਹ ਰੇਤੇ ਨੂੰ ਵੀ ਖਾ ਜਾਣ, ਪੱਥਰ ਨੂੰ ਵੀ ਖਾ ਜਾਣ ਤੇ ਉਹ ਵੀ ਪਚ ਜਾਇਆ ਕਰਦੇ ਸਨ। ਲੇਕਿਨ ਅੱਜ ਥੋੜਾ ਵੀ ਕੁਝ ਖਾਣ ਪੀਣ ਦੇ ਵਿੱਚ ਵੀ ਘਾਟਾ ਵਾਧਾ ਹੋ ਜਾਵੇ, ਬੰਦਾ ਬਿਮਾਰ ਪੈ ਜਾਂਦਾ। ਪਾਣੀ ਦੇ ਵਿੱਚ ਵੀ ਥੋੜਾ ਫਰਕ ਪੈ ਜਾਵੇ, ਆਪਾਂ ਕਹਿ ਦਿੰਦੇ ਜੀ ਉੱਥੇ 1 ਗਲਾਸ ਪਾਣੀ ਪੀ ਲਿਆ, ਉਦੋਂ ਤੋਂ ਜੀ ਮੈਂ 5 ਦਿਨ ਹੋ ਗਏ ਅੱਜ ਬਿਸਤਰ ਤੇ ਪਿਆ ਹੋਇਆ, ਮੈਂ ਬਿਮਾਰ ਹਾਂ। ਇਹ ਕਿਉਂ ਪਿਆਰਿਓ? ਕਿਉਂਕਿ ਸਾਡਾ ਸਰੀਰ ਜਿਹੜਾ ਕਮਜ਼ੋਰ ਹੋ ਗਿਆ। ਆਪਾਂ ਨੇ ਆਪਣੇ ਸਰੀਰ ਨੂੰ ਇੰਨਾ ਜ਼ਿਆਦਾ ਕਮਜ਼ੋਰ ਬਣਾ ਲਿਆ, ਅੰਦਰੋਂ ਵੀ ਕਮਜ਼ੋਰ ਕਰਨਾ ਕੀਤਾ, ਬਾਹਰੋਂ ਵੀ ਕਮਜ਼ੋਰ ਕਰ ਲਿਆ। ਕਿਉਂਕਿ ਸਰੀਰ ਉਸ ਵੇਲੇ ਮਜ਼ਬੂਤ ਹੁੰਦਾ ਜਦੋਂ ਆਪਾਂ ਉਹਨੂੰ ਮਿਹਨਤ ਕਰਦੇ ਹਾਂ। ਸਰੀਰ ਦੀ ਜਦੋਂ ਮਿਹਨਤ ਦੇ ਵਿੱਚ ਸਰੀਰ ਨੂੰ ਢਾਲਦੇ ਹਾਂ, ਤੇ ਮਿਹਨਤ ਕਦੋਂ ਹੁੰਦੀ ਹੈ ਸਰੀਰ ਦੀ? ਜਦੋਂ ਆਪਾਂ ਦੌੜ ਲਾਉਂਦੇ ਹਾਂ, ਭੱਜਦੇ ਹਾਂ, ਗੱਤਕਾ ਖੇਡਦੇ ਹਾਂ, ਕਸਰਤ ਕਰਦੇ ਹਾਂ। ਕਿਉਂਕਿ ਅੱਜ ਵੇਖੋ ਕਈ ਵਾਰੀ ਬੱਚਿਆਂ ਨੂੰ ਜਦੋਂ ਵੇਖਦੇ, ਨੌਜਵਾਨਾਂ ਨੂੰ, ਜਾਂ ਤਾਂ ਪਿਆਰਿਓ ਇੱਕਦਮ ਲਿੱਸਾ ਹੋਵੇਗਾ, ਇੰਜ ਲੱਗਦਾ ਕਿ ਭਾਈ ਕੋਈ ਲੱਕੜ ਦੇ ਉੱਤੇ ਸ਼ੈੱਟ ਪਾਈ ਹੋਈ ਹੋਵੇ, ਜਾਂ ਤਾਂ ਕਈ ਬੰਦੇ ਜਿਹੜੇ ਇੰਨੇ ਭਾਰੇ, ਇੰਨੇ ਤਗੜੇ ਹੋ ਜਾਂਦੇ, ਹਾਥੀ ਵਰਗੇ ਹੋ ਜਾਂਦੇ। ਤੇ ਇਹਦਾ ਆਹੀ ਮਤਲਬ ਹੈ ਕਿ ਭਾਈ ਤੁਸੀਂ ਸਰੀਰ ਨੂੰ ਨਹੀਂ ਸਾਹਮਣਾ ਕੀਤਾ। ਨਹੀਂ ਪਿਆਰਿਓ, ਬਹੁਤ ਵੱਡੀ ਦੇਣ ਹੈ ਸਰੀਰ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ, ਸਰੀਰ ਸਵਸਥ ਖੀਣ ਸਮੈ ਸਿਮਰੰਤ, ਨਾਨਕ ਰਾਮ ਦਾਮੋਦਰ ਮਾਧਵ ਹੈ। ਮਹਾਰਾਜ ਜੀ ਨੇ ਕਿਹਾ ਤਿਸ ਦੇਹੀ ਕੋ ਪਾਲ, ਪਿਆਰਿਆ ਆਪਣੇ ਦੇਹੀ ਨੂੰ ਪਾਲਣਾ ਕਰ, ਸਰੀਰ ਕਰਕੇ ਕਸਰਤ ਕਰਨਾ ਕਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਪਿਆਰਿਓ ਬਹੁਤ ਕਸਰਤਾਂ ਕਰਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਪਿਆਰਿਓ, ਜੇ ਆਪ ਜੀ ਜੀਵਨ ਪੜ੍ਹੋ, ਤਕਰੀਬਨ 25 ਤੋਂ 30 ਹਜ਼ਾਰ ਕਿਲੋਮੀਟਰ ਸਤਿਗੁਰੂ ਮਹਾਰਾਜ ਜੀ ਨੇ ਪੈਦਲ ਸਫ਼ਰ ਕਰਨਾ ਕੀਤਾ, ਪੈਂਡੇ ਤੈਅ ਕਰਨੇ ਕੀਤੇ। ਕਿੰਨਾ ਸਤਿਗੁਰੂ ਮਹਾਰਾਜ ਜੀ ਦਾ ਸਰੀਰ ਜਿਹੜਾ ਮਜ਼ਬੂਤ ਹੋਵੇਗਾ। ਅੱਜ ਕਿਹਨੂੰ ਬੋਲੋ ਕਿ ਭਾਈ ਆ ਜਾਣਾ ਗੁਰਦੁਆਰੇ, ਨਾਲ ਹੀ ਪਿਆਰਿਓ ਗੁਰਦੁਆਰਾ ਹੁੰਦਾ ਤੇ ਬੱਚਾ ਕੀ ਕਰਦਾ, ਮੋਟਰਸਾਈਕਲ ਕੱਢ ਕੇ, ਗੱਡੀ ਕੱਢ ਕੇ ਐਂ ਘੁਮਾ ਕੇ ਗੇੜਾ ਕੱਢ ਕੇ ਆਉਂਦਾ। ਉਹਨੂੰ ਬੋਲੋ ਨਹੀਂ ਭਾਈ ਪੈਦਲ ਜਾਣਾ, ਕਹਿੰਦਾ ਜੀ ਪੈਦਲ ਜਾਵਾਂਗਾ ਪੈਰ ਦੁਖਣਗੇ ਕਰਕੇ। ਨਹੀਂ ਪਿਆਰਿਓ, ਇੰਨਾ ਆਪਾਂ ਨੇ ਆਪਣੇ ਸਰੀਰ ਨੂੰ ਕਮਜ਼ੋਰ ਬਣਾ ਲਿਆ। ਕਿਉਂਕਿ ਜਿੰਨਾ ਜ਼ਿਆਦਾ ਇਹਨੂੰ ਕਮਜ਼ੋਰ ਕਰਨਾ, ਇਹਨੂੰ ਤੁਸੀਂ ਕਮਜ਼ੋਰ ਵੀ ਕਰ ਸਕਦੇ। ਆ ਜਿਹੜੀ ਮਹਾਮਾਰੀ ਚੱਲ ਰਹੀ ਹੈ ਨਾ, ਕਰੋਨਾ ਵਾਇਰਸ, ਸਮਝਣ ਦੀ ਗੱਲ ਹੈ ਪਿਆਰਿਓ। ਆਪਨੇ ਵੀ ਵੇਖਿਆ ਹੋਵੇਗਾ, ਮੀਡੀਆ ਦੇ ਵਿੱਚ ਖਬਰਾਂ ਪੜ੍ਹਦੇ ਸੁਣਦੇ ਹੋਗੇ। ਕਦੇ ਵੇਖਿਆ ਬਹੁਤ ਘੱਟ ਪਿਆਰਿਓ ਜਿਹੜੇ ਗਰੀਬ ਤਬਕਾ ਜਿਹੜਾ ਉਹਨਾਂ ਨੂੰ ਆ ਬਿਮਾਰੀ ਲੱਗ ਰਹੀ ਹੈ। ਕਿੱਥੇ ਜਾ ਕਰਕੇ ਵੇਖੋ, ਗਰੀਬਾਂ ਦੀ ਬਸਤੀ ਦੇ ਵਿੱਚ, ਗੰਦਗੀ ਦੇ ਵਿੱਚ ਰਹਿਣਾ ਹੈ ਉਹਨਾਂ ਦਾ। ਤੇ ਪਿਆਰਿਓ ਕੋਈ ਹੱਥ ਨਹੀਂ, ਕੁਛ ਵੀ ਨਹੀਂ ਹੈ, ਕੋਈ ਸੈਨੀਟਾਈਜ਼ ਕੀ ਹੈ, ਉਹ ਤਾਂ ਪਾਣੀ ਨਾਲ ਵੀ ਹੱਥ ਨਹੀਂ ਧੋਂਦੇ। ਫਿਰ ਵੀ ਦੇਖੋ ਬਿਮਾਰੀ ਉੱਥੇ ਵੀ ਆਈ ਤੇ ਕਈਆਂ ਨੂੰ ਹੋ ਕਰਕੇ ਵੀ ਚੱਲ ਗਈ, ਲੇਕਿਨ ਅਸਰ ਨਹੀਂ ਹੋਇਆ। ਲੇਕਿਨ ਜ਼ਿਆਦਾ ਕਰਕੇ ਜਿਹੜੇ ਵੱਡੇ, ਜਿਹੜੇ ਬੜੇ ਕਹਿੰਦੇ ਕਿ ਭਈ ਪਰਹੇਜ਼ ਕਰਦੇ ਸੀ, ਕਰੋਨਾ, ਉਹਨੂੰ ਹੀ ਪਿਆਰਿਓ ਇਹ ਲੱਗ ਰਿਹਾ ਜ਼ਿਆਦਾ ਕਰਕੇ। ਕਿਉਂ? ਕਿਉਂਕਿ ਸਰੀਰ ਜਿਹੜਾ ਅੰਦਰੋਂ ਮਜ਼ਬੂਤ ਨਹੀਂ ਰਿਹਾ। ਸਰੀਰ ਨੂੰ ਆਪਾਂ ਨੇ ਖੋਖਲਾ ਕਰ ਦਿੱਤਾ, ਕਮਜ਼ੋਰ ਕਰ ਦਿੱਤਾ। ਇਹ ਕਮੀ ਪਿਆਰਿਓ ਸਾਡੀ ਹੈ। ਜੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖੋ, ਜਿੰਨਾ ਇਹਨੂੰ ਖੁਰਾਕ ਲੱਗਦੀ ਆ ਉਨੀ ਖੁਰਾਕ ਤੁਸੀਂ ਦਿਓ, ਤੇ ਨਾਲ ਕਸਰਤ ਵੀ ਕਰਿਆ ਕਰੋ। ਕਈ ਵਾਰੀ ਆਪਾਂ ਕਰਦੇ ਹਾਂ, ਖੁਰਾਕ ਤਾਂ ਛਕ ਲੈਂਦੇ ਹਾਂ, ਤੇ ਖੁਰਾਕ ਛਕ ਕੇ ਜਦੋਂ ਕਸਰਤ ਨਾ ਕਰੋ ਤੇ ਸਰੀਰ ਤਾਂ ਭਾਰਾ ਹੋ ਜਾਂਦਾ। ਤਾਂ ਹੀ ਤਾਂ ਸਿਆਣੇ ਕਹਿੰਦੇ ਕਿ ਭਾਈ ਖਾਕ ਲਿਆ ਜੀ ਚੰਗੇ ਵਾਸਤੇ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਹਿਲਵਾਨਾਂ ਦੇ ਨਾਲ ਡੰਡ ਬੈਠਕਾਂ ਲਾਉਂਦੇ ਸਨ। ਆਪ ਸਤਿਗੁਰੂ ਮਹਾਰਾਜ ਉਤਸ਼ਾਹ ਦੇ ਕਰਕੇ ਉਹਨਾਂ ਨੂੰ ਕੁਸ਼ਤੀ ਦੇ ਵਿੱਚ ਭਿੜਾਉਂਦੇ ਸਨ। ਅੱਜ ਆਪਾਂ ਵੇਖਦੇ ਹਾਂ ਪਿਆਰਿਓ, ਹਜੂਰ ਸਾਹਿਬ ਦੇ ਵਿੱਚ ਆਪ ਨੂੰ ਪਤਾ ਹੋਵੇਗਾ, ਪਹਿਲੇ ਸਾਡੇ ਨੌਜਵਾਨ ਬੱਚਿਆਂ ਦੀ ਹਾਕੀ ਦੀ ਟੀਮ ਬੜੀ ਮਸ਼ਹੂਰ ਹੋਇਆ ਕਰਦੀ ਸੀ। ਕਈ ਵਾਰੀ ਪਿਆਰਿਓ ਪੂਰੀ ਟੀਮ ਸਿਲੈਕਸ਼ਨ ਨੈਸ਼ਨਲ ਕਰਕੇ, ਨੈਸ਼ਨਲ ਦੇ ਵਿੱਚ ਪੂਰੀ ਟੀਮ ਦਾ ਸਿਲੈਕਸ਼ਨ ਹੋ ਜਾਂਦਾ। ਜਿੱਥੇ ਇੱਕ ਬੱਚਾ ਜਾਣਾ ਹੋਵੇ, ਸਾਡੇ ਜਿਹੜੇ ਹਨ ਹਜੂਰ ਸਾਹਿਬ ਤੋਂ 11 12 ਬੰਦੇ ਇੱਕ ਸਾਥ ਨੈਸ਼ਨਲ ਖੇਲ ਕੇ ਆਉਂਦੇ। ਲੇਕਿਨ ਅੱਜ ਹਾਕੀ ਦਾ ਵੀ ਕੋਈ ਨਾਮੋ ਨਿਸ਼ਾਨ ਨਹੀਂ ਹੈ। ਖੇਡ ਕੂਦ ਦੇ ਵਿੱਚ ਵੀ ਚਲੋ ਪੜ੍ਹਾਈ ਦਾ ਕਈ ਤਾਂ ਤਕਰੀਬਨ ਬਹੁਤ ਪਿੱਛੇ ਚੱਲ ਗਏ, ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਪੜ੍ਹਾਈ ਦੇ ਵਿੱਚ ਤਾਂ ਕਈ ਪਿੱਛੇ ਰਹਿੰਦੇ, ਲੇਕਿਨ ਖੇਡ ਕੂਦ ਦੇ ਵਿੱਚ
ਅੱਜ ਪਿਆਰਿਓ ਸਾਡੇ ਹਜੂਰ ਸਾਹਿਬ ਦੇ ਵਿੱਚ, ਕਿਉਂਕਿ ਇਹ ਪ੍ਰਸੰਗ ਜਿਹੜਾ ਚੱਲ ਰਿਹਾ, ਇਹ ਕਸਰਤ ਦਾ ਜਿਹੜਾ ਪ੍ਰਸੰਗ ਚੱਲ ਰਿਹਾ, ਇਹਨੂੰ ਲੈ ਕਰਕੇ ਦਾਸ ਬੇਨਤੀਆਂ ਕਰ ਰਿਹਾ, ਕਿਉਂਕਿ ਇਹ ਵੀ ਪਿਆਰਿਓ ਬੇਨਤੀ ਕਰਨੀ ਜ਼ਰੂਰੀ ਹੈ। ਤੇ ਪਹਿਲੇ ਉਹਨਾਂ ਜ਼ਮਾਨਿਆਂ ਦੇ ਵਿੱਚ ਜਿੰਨੇ ਵੀ ਪਿਆਰਿਓ ਪੁਲਿਸ ਦੇ ਵਿੱਚ ਜਾਂ ਦੂਜੇ ਅਧਿਕਾਰੀ ਬਣੇ, ਜ਼ਿਆਦਾ ਕਰਕੇ ਪੜ੍ਹਾਈ ਕਰਕੇ ਨਹੀਂ, ਸਿਰਫ ਖੇਡਾਂ ਕਰਕੇ, ਖੇਡ ਦੇ ਵਿੱਚ ਬੜੇ ਤਗੜੇ ਸਨ, ਬੜੇ ਮਾਹਰ ਸਨ। ਤੇ ਖੁਦ ਬਾ ਖੁਦ ਪਿਆਰਿਓ ਜਿੱਥੇ ਸਿਲੈਕਸ਼ਨ ਦੂਜਿਆਂ ਦਾ ਇੰਨੀ ਮਸ਼ੱਕਤ ਦੇ ਨਾਲ ਹੁੰਦਾ, ਤੇ ਉਹਨਾਂ ਦਾ ਖੇਡ ਵੇਖ ਕਰਕੇ ਸਿੱਧਾ ਉਹਨਾਂ ਨੂੰ ਡਿਊਟੀਆਂ ਲੱਗ ਗਈਆਂ। ਲੇਕਿਨ ਖੇਡ ਦੇ ਪੱਖੋਂ ਵੀ ਅੱਜ ਜਿਹੜਾ ਆਪਾਂ ਪਿੱਛੇ ਜਾ ਰਹੇ ਹਾਂ, ਇਸ ਕਰਕੇ ਪਿਆਰਿਓ ਸਾਨੂੰ ਧਿਆਨ ਦੇਣਾ ਚਾਹੀਦਾ। ਇਹ ਸਤਿਗੁਰੂ ਮਹਾਰਾਜ ਜੀ ਦੀ ਕਵਿਰਾਜ ਜੀ ਦਿਨਚਰਿਆ ਦੱਸ ਰਹੇ ਹਨ। ਰੋਜ਼ ਸਤਿਗੁਰੂ ਮਹਾਰਾਜ ਇਹ ਸ਼ਾਮਾਂ ਦੇ ਵੇਲੇ ਆਪ ਸਤਿਗੁਰੂ ਮਹਾਰਾਜ ਕੁਸ਼ਤੀਆਂ ਲੜਾਉਂਦੇ, ਭਿੜਦੇ ਭਿੜਾਉਂਦੇ, ਆਪ ਸਤਿਗੁਰੂ ਮਹਾਰਾਜ ਕਸਰਤ ਆਦਿਕ ਕਰਿਆ ਕਰਦੇ ਸਨ। ਤੇ ਸਾਨੂੰ ਵੀ ਪਿਆਰਿਓ ਇੱਥੋਂ ਸੇਧ ਮਿਲਦੀ ਹੈ ਕਿ ਮਨਾ ਸਤਿਗੁਰੂ ਮਹਾਰਾਜ ਜੀ ਨੇ ਜੋ ਕਿਹਾ ਨਾ, ਗੁਰੂ ਘਰ ਦੇ ਵਿੱਚ ਆ ਕਰਕੇ ਸਿਮਰਨ ਵੀ ਕਰਨਾ ਕਰ, ਨਿਤਨੇਮ ਵੀ ਕਰਨਾ ਕਰ, ਸੇਵਾ ਵੀ ਕਰਨਾ ਕਰ, ਇਹ ਵੀ ਕਰਨਾ ਚਾਹੀਦਾ। ਇਹਦੇ ਨਾਲ ਨਾਲ ਆਪਣੀ ਸਰੀਰ ਦੀ ਸਵਸਥਤਾ ਦੇ ਵਾਸਤੇ ਸਾਨੂੰ ਕਸਰਤ ਵੀ ਕਰਨੀ ਚਾਹੀਦੀ ਹੈ। ਜੋ ਵੀ ਆਪਾਂ ਕਰ ਸਕਦੇ ਹਾਂ, ਸਰੀਰ ਕਰਕੇ ਮਿਹਨਤ ਮਸ਼ੱਕਤ ਕਰ ਸਕਦੇ ਹਾਂ, ਉਹ ਵੀ ਸਾਨੂੰ ਕਰਨਾ ਚਾਹੀਦਾ। ਇਹ ਆਪ ਸਤਿਗੁਰੂ ਮਹਾਰਾਜ ਜੀ ਨੇ ਕਰਾਇਆ। ਤੇ ਪਿਆਰਿਓ ਇਹ ਨਹੀਂ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਤੋਂ ਬਾਅਦ ਤਾਂ ਮਹਾਰਾਜ ਰੋਜ਼ ਪਿਆਰਿਓ ਗੱਤਕੇ ਦੇ ਅਖਾੜੇ ਲਾਉਂਦੇ ਸਨ। 4 ਘੰਟੇ ਸਿੱਖਾਂ ਨੇ ਗੱਤਕੇ ਦਾ ਅਭਿਆਸ ਕਰਨਾ, ਮੁੜਕੋ ਮੁੜਕੀ ਹੋ ਜਾਇਆ ਕਰਦੇ ਸਨ। ਤਾਂ ਹੀ ਤਾਂ ਫਿਰ ਸਰੀਰ ਉਹਨਾਂ ਦੇ ਇਸ ਤਰ੍ਹਾਂ ਦੇ ਗਠੀਲੇ ਬਣ ਗਏ ਸੀ। ਜਾਮ ਦਿਵਸ ਕੇ ਰਹੇ ਬਹੋਰੀ, ਜਦੋਂ ਪਿਆਰਿਓ ਜਾਮ ਦਿਵਸ ਰਹਿ ਜਾਵੇ, ਸ਼ਾਮਾਂ ਦਾ ਵੇਲਾ, ਜਦੋਂ ਸੰਝਾਂ ਦਾ ਵੇਲਾ ਆ ਜਾਂਦਾ, ਸ੍ਰੀ ਗੁਰਦੇਵ ਤਜਹਿ ਤਿਸ ਠੌਰੀ, ਫਿਰ ਸਤਿਗੁਰੂ ਮਹਾਰਾਜ ਕੀ ਕਰਿਆ ਕਰਦੇ, ਮਲ ਅਖਾੜੇ ਨੂੰ ਛੱਡ ਕਰਕੇ ਸਭਾ ਵਿਖੇ ਸ਼ੁਭ ਆਸਨ ਬੈਸੇ, ਆ ਕਰਕੇ ਸਤਿਗੁਰੂ ਮਹਾਰਾਜ ਸਭਾ ਦੇ ਵਿੱਚ ਆ ਕਰਕੇ, ਸੰਗਤ ਦੇ ਵਿੱਚ ਆ ਕਰਕੇ ਵਿਰਾਜਮਾਨ ਹੋ ਜਾਂਦੇ। ਮੁਨ ਗਨ ਸਹਿਤ ਸ਼ੰਭੂ ਹੋਏ ਜੈਸੇ, ਜਿਸ ਤਰ੍ਹਾਂ ਕਿ ਜਿਹੜੇ ਵੱਡੇ ਵੱਡੇ ਮੁਨੀ ਗਨ ਦੇ ਵਿੱਚ ਸ਼ੰਭੂ ਦਾ ਭਾਵ ਸ਼ਿਵ ਜੀ ਭਗਵਾਨ ਸੁਸ਼ੋਭਿਤ ਹੁੰਦੇ, ਇਸ ਤਰ੍ਹਾਂ ਸਿੱਖ ਸੰਗਤਾਂ ਦੇ ਵਿੱਚ ਸਤਿਗੁਰੂ ਮਹਾਰਾਜ ਤਿਆਰ ਪਰ ਤਿਆਰ ਹੋ ਕਰਕੇ ਸੁਸ਼ੋਭਿਤ ਹੋ ਰਹੇ ਹਨ। ਚਹੁ ਦੇਸ਼ ਪਰਵਾਰਤ ਸਿੱਖ ਆਏ, ਚੌਂ ਪਾਸੀ ਪਿਆਰਿਓ ਗੁਰੂ ਕੇ ਸਿੱਖ ਆ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਐਨ ਘੇਰਾ ਪਾ ਕਰਕੇ ਬਹਿ ਜਾਂਦੇ। ਰੁਚਿਰ ਰਬਾਬੀ ਰਾਗਨ ਗਾਏ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਆ ਮਾਈਕ ਦਾ ਸਿਸਟਮ ਨਹੀਂ ਸੀ। ਤੇ ਫਿਰ ਸੰਗਤ ਜਦੋਂ ਵੀ ਕੀਰਤਨ ਕਰਨਾ, ਤੇ ਜਿਹੜੇ ਰਬਾਬੀ ਹਨ, ਜਦੋਂ ਸਤਿਗੁਰੂ ਮਹਾਰਾਜ ਪ੍ਰਵਚਨ ਕਰਿਆ ਕਰਦੇ, ਤੇ ਸੰਗਤਾਂ ਫਿਰ ਦੂਰ ਨਹੀਂ ਲਾਗੇ ਹੋ ਕਰਕੇ, ਕਿਉਂਕਿ ਜੇ ਆਪਾਂ ਬੋਲ ਕੇ ਕਥਾ ਕਰਾਂਗੇ ਤਾਂ ਜਾਦੀ ਆਵਾਜ਼ ਨਹੀਂ ਜਾਂਦੀ ਹੈ। ਤੇ ਹੁਣ ਤਾਂ ਪਿਆਰਿਓ ਮਾਈਕ ਲੱਗ ਗਿਆ, ਸਪੀਕਰਾਂ ਲੱਗ ਗਏ। ਇੱਥੇ ਦਾਸ ਬੋਲ ਰਿਹਾ, ਕੋਈ ਅਬਚਲ ਨਗਰ ਦੇ ਵਿੱਚ ਬੈਠ ਕਰਕੇ, ਪਤਾ ਨਹੀਂ ਕਈ ਆਪਣੇ ਘਰਾਂ ਦੇ ਵਿੱਚ ਬੈਠ ਕਰਕੇ ਕਥਾ ਨੂੰ ਸਰਵਣ ਕਰਦੇ ਹਨ। ਲੇਕਿਨ ਉਹ ਜ਼ਮਾਨਾ ਵੱਖਰਾ ਸੀ, ਜਦੋਂ ਰਬਾਬੀ ਸਿੱਖ ਸ਼ਾਮਾਂ ਦੇ ਵੇਲੇ ਆ ਕਰਕੇ ਸੋਦਰ ਦੀ ਚੌਂਕੀ ਦੀ ਹਾਜ਼ਰੀ ਭਰਦੇ, ਗੁਰੂ ਕੀਆਂ ਸੰਗਤਾਂ ਆਲੇ ਦੁਆਲੇ ਹੋ ਕਰਕੇ ਚੌਚ ਫੇਰੀ ਘੇਰਾ ਪਾ ਕਰਕੇ ਹੱਥ ਜੋੜ ਕਰਕੇ ਸੁਰਤੀ ਦੇ ਨਾਲ ਕੀਰਤਨ ਨੂੰ ਸਰਵਣ ਕਰਦੇ ਹਨ। ਸਕਲ ਪ੍ਰੇਮ ਕਰ ਸੁਨਹਿ ਸੁਦਾਸ, ਸਾਰੇ ਪਿਆਰਿਓ ਗੁਰੂ ਘਰ ਦੇ ਸੇਵਾਦਾਰ ਫਿਰ ਆ ਕਰਕੇ ਪ੍ਰੇਮ ਦੇ ਨਾਲ ਕੀਰਤਨ ਨੂੰ ਸਰਵਣ ਕਰਿਆ ਕਰਦੇ। ਜਿਨ ਤੇ ਬ੍ਰਿੰਦ ਵਿਕਾਸ ਬਿਨਾਸ਼, ਜਿਨ੍ਹਾਂ ਦੇ ਮਨ ਦੇ ਵਿੱਚੋਂ ਪਿਆਰਿਓ ਬਹੁਤ ਸਾਰੇ ਵਿਕਾਰ ਜਿਹੜੇ ਖਤਮ ਹੋ ਗਏ। ਸੰਧਿਆ ਸਮੈ ਸੋ ਹੋਏ ਇਕੰਤ, ਇਸ ਤਰ੍ਹਾਂ ਫਿਰ ਕੀਰਤਨ ਦੀ ਚੌਂਕੀ ਦੀ ਜਦੋਂ ਹਾਜ਼ਰੀ ਖਤਮ ਹੋ ਜਾਂਦੀ ਹੈ, ਫਿਰ ਜਦੋਂ ਰਾਤਰੀ ਦੇ ਵੇਲੇ ਕੁਛ ਕੋ ਸਮਾਂ ਸਾਰੀਆਂ ਸੰਗਤਾਂ ਇਕਾਂਤ ਦੇ ਵਿੱਚ ਧਿਆਨ ਦੇ ਵਿੱਚ ਹੋ ਕਰਕੇ ਬਹਿ ਜਾਂਦੀਆਂ। ਨਿਜ ਸਰੂਪ ਮਹਿ ਲੈ ਭਗਵਾਨ,
ਆ ਇੰਨੀ ਮਾਇਆ ਆਈ, ਇਹਦੇ ਵਿੱਚ 10 ਪੈਸਾ ਲਾ ਦਿਓ, ਬਾਕੀ ਛਕ ਲਿਓ। ਇਹੋ ਜੀ ਕੋਈ ਬੇਈਮਾਨੀ ਨਹੀਂ ਹੈ ਤੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦਾ ਪ੍ਰਬੰਧ ਚੱਲ ਰਿਹਾ ਹੈ। ਹਰਖ ਸ਼ੋਕ ਜੇਤਿਕ ਬਿਧ ਨਾਨਾ, ਜਿੰਨਾ ਵੀ ਪਿਆਰਿਓ, ਭਾਵੇਂ ਹਰਖ ਦੀ ਗੱਲ ਹੋਵੇ, ਭਾਵੇਂ ਸ਼ੋਕ ਦੀ ਗੱਲ ਹੋਵੇ, ਇਨਕੋ ਸਿੱਖ ਨ ਕਰਹਿ ਬਖਾਨਾ। ਗੁਰੂ ਕੇ ਸਿੱਖ ਵੀ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੂੰ ਆ ਕਰਕੇ ਨਹੀਂ ਦੱਸਦੇ। ਐ ਜਿਹੜੇ ਚੁਗਲਖੋਰ ਨਹੀਂ ਸਨ ਕਿ ਨਿੱਕੀ ਨਿੱਕੀ ਜੀ ਗੱਲ ਹੋ ਗਈ ਤੇ ਜਾ ਕਰਕੇ ਚੁਗਲੀ ਮਾਰਦੀ, ਲਓ ਸਤਿਗੁਰੂ ਮਹਾਰਾਜ ਫਲਾਣੇ ਨੇ ਇੰਜ ਕਰ ਦਿੱਤਾ। ਕਿਉਂਕਿ ਜਿਹੜੇ ਹੁੰਦੇ ਨਾ ਪਿਆਰਿਓ, ਚਾਣਕਿਆ ਨੇ ਬਚਨ ਕਰਨਾ ਕੀਤਾ, ਜਿਹੜੇ ਵੱਡੇ ਹੁੰਦੇ ਹਨ, ਪ੍ਰਬੰਧਕ ਹੁੰਦੇ, ਉਹ ਕੰਨਾਂ ਦੇ ਕੱਚੇ ਤੇ ਅੱਖਾਂ ਦੇ ਅੰਨੇ ਹੁੰਦੇ ਹਨ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਚੱਲ ਰਿਹਾ। ਕੋਈ ਨਾਲ ਵਾਲੇ ਨੇ ਆ ਕਰਕੇ ਚੁਗਲੀ ਮਾਰ ਦਿੱਤੀ ਜੀ, ਉਹਨੇ ਇੰਜ ਬੋਲ ਦਿੱਤਾ, ਉਹਨੂੰ ਅੱਗ ਲੱਗ ਜਾਂਦੀ। ਕਹਿੰਦਾ ਹੈ ਇੰਜ ਬੋਲਿਆ, ਕੋਈ ਨਹੀਂ ਉਹਨੂੰ ਹੁਣੇ ਆਪਾਂ ਵੇਖਦੇ ਆ। ਤੇ ਕੋਈ ਆ ਕਰਕੇ ਕਹਿ ਦਿੰਦਾ ਜੀ ਉੱਥੇ ਇਹ ਹੋ ਰਿਹਾ, ਉਹ ਤਾਂ ਉੱਥੇ ਜਾ ਕਰਕੇ ਵੇਖ ਨਹੀਂ ਸਕਦਾ, ਤੇ ਉਹ ਉਹਨਾਂ ਦੇ ਉੱਤੇ ਯਕੀਨ ਕਰ ਲੈਂਦਾ, ਤੇ ਫਿਰ ਇਹਦੇ ਨਾਲ ਪਿਆਰਿਓ ਸਾਰਾ ਪ੍ਰਬੰਧਕੀ ਢਾਂਚਾ ਜਿਹੜਾ ਵਿਗੜ ਜਾਂਦਾ ਹੈ। ਲੇਕਿਨ ਗੁਰੂ ਕੇ ਸਿੱਖ ਧਨ ਹਨ, ਪੂਰਾ ਪ੍ਰਬੰਧ ਉਹ ਆਪ ਕਰਦੇ, ਭਾਵੇਂ ਕੋਈ ਘਾਟਾ ਹੋਵੇ, ਭਾਵੇਂ ਕੋਈ ਵਾਧਾ ਹੋਵੇ, ਕੋਈ ਖੁਸ਼ੀ ਦੀ ਗੱਲ, ਭਾਵੇਂ ਕੋਈ ਗਮੀ ਦੀ ਗੱਲ, ਕੋਈ ਵੀ ਸਤਿਗੁਰੂ ਮਹਾਰਾਜ ਜੀ ਦੇ ਕੋਲ ਜਾ ਕਰਕੇ ਚੁਗਲੀ ਨਹੀਂ ਮਾਰਦਾ, ਕੰਨ ਨਹੀਂ ਭਰਦਾ। ਮਹਾਰਾਜ ਇਹ ਹੋ ਰਿਹਾ ਜਾਂ ਉਹ ਹੋ ਰਿਹਾ, ਫਲਾਣਾ ਸਿੱਖ ਨੇ ਇੰਜ ਕੀਤਾ ਜਾਂ ਉਂਝ ਕੀਤਾ। ਸਾਰੇ ਪਿਆਰਿਓ ਆਪਣੀ ਆਪਣੀ ਸੇਵਾ ਦੇ ਵਿੱਚ ਮਸਤ ਰਹਿੰਦੇ ਸਨ। ਇੱਕ ਰਸ ਬ੍ਰਿਤ ਨਹੀਂ ਹੈ, ਕੋਈ ਬੈਰੀ ਨਹੀਂ ਹੈ, ਸਦਾ ਆਨੰਦ ਪ੍ਰੇਮ ਰਸ ਪਾਗੇ। ਸਦਾ ਗੁਰੂ ਸਤਿਗੁਰੂ ਮਹਾਰਾਜ ਤੇ ਗੁਰੂ ਕੇ ਸਿੱਖ ਪਿਆਰਿਓ ਪ੍ਰੇਮ ਰਸ ਦੇ ਵਿੱਚ ਭਿੱਜ ਕਰਕੇ ਗੁਰੂ ਘਰ ਦੀ ਸੇਵਾ ਕਰਦੇ। ਸ੍ਰੀ ਨਾਨਕ ਜਸ ਸੋ ਨਿਤ ਲਾਗੇ। ਸਾਰੇ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਜਸ ਦੇ ਨਾਲ ਲੱਗੇ ਹੋਏ ਰਹਿੰਦੇ ਹਨ। ਤੇ ਜਦੋਂ ਸੇਵਾ ਤੋਂ ਪਿਆਰਿਓ ਸਮਾਂ ਮਿਲ ਜਾਵੇ ਤੇ ਐ ਇੱਕ ਦੂਜੇ ਦੇ ਕੰਨ ਦੇ ਵਿੱਚ ਕੰਨ ਫੂਸੀ ਨਹੀਂ ਕਰਦੇ, ਇੱਥੋਂ ਉੱਥੋਂ ਦੀਆਂ ਗੱਲਾਂ ਨਹੀਂ ਕਰਦੇ। ਕੋਈ ਗੁਰੂ ਕਾ ਸਿੰਘ ਸਿੱਖ ਜਿਹੜਾ ਸਿਆਣਾ, ਜਿਹਨੂੰ ਇਤਿਹਾਸ ਦਾ ਪਤਾ ਹੁੰਦਾ, ਉਹ ਫਿਰ ਗੁਰੂ ਕੀਆਂ ਸਾਖੀਆਂ ਦੱਸਦਾ। ਕਹਿੰਦਾ ਭਾਈ ਤੈਨੂੰ ਪਤਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਮੱਕੇ ਗਏ, ਸਤਿਗੁਰੂ ਮਹਾਰਾਜ ਜੀ ਨੇ ਚਰਨਾਂ ਦੇ ਨਾਲ ਮੱਕੇ ਨੂੰ ਘੁਮਾ ਦਿੱਤਾ ਤੇ ਉਹਨਾਂ ਨੂੰ ਸਿੱਖਿਆ ਦਿੱਤੀ ਕਿ ਅੱਲਾਹ ਤਾਲਾ ਹਰ ਪਾਸੇ ਹੈ। ਤੇ ਦੂਜੇ ਸਿੱਖ ਵੀ ਸੁਣ ਕਰਕੇ ਉਹਨਾਂ ਦੇ ਮਨ ਵਿੱਚ ਸ਼ਰਧਾ ਭਾਵਨਾ ਆਉਂਦੀ ਹੈ। ਕੋਈ ਕਹਿੰਦਾ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਵੀ ਜਾ ਕਰਕੇ ਸਤਨਾਮ ਦਾ ਚੱਕਰ ਮਹਾਰਾਜ ਜੀ ਨੇ ਫਿਰਾਉਣਾ ਕੀਤਾ। ਇਸ ਤਰ੍ਹਾਂ ਜਦੋਂ ਵੀ ਕੋਈ ਖਾਲੀ ਸਮਾਂ ਪ੍ਰਾਪਤ ਹੁੰਦਾ ਤੇ ਗੁਰੂ ਕੇ ਸਿੱਖ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਸਤਿਗੁਰੂ ਮਹਾਰਾਜ ਜੀ ਦੇ ਜੋ ਕਥਾ ਵਾਰਤਾ ਜੋ ਹਨ, ਸਾਖੀਆਂ ਜਿਹੜੀਆਂ ਹਨ, ਉਹ ਇੱਕ ਦੂਜੇ ਨੂੰ ਸਰਵਣ ਕਰਾਉਂਦੇ।
ਗੋਰਖ ਆਦ ਸਿੱਧ ਬੜ ਪੂਰੇ। ਇੱਕ ਦਿਨ ਦੀ ਗੱਲ ਹੈ ਪਿਆਰਿਓ, ਗੋਰਖਨਾਥ ਆਦਿਕ ਜੋ ਵੱਡੇ ਵੱਡੇ ਜੋ ਸਿੱਧ ਹਨ, ਇੱਕ ਦਿਨ ਕਰ ਵਿਚਾਰ ਸਭ ਰੂਰੇ। ਉਹਨਾਂ ਨੇ ਫਿਰ ਬੈਠ ਕਰਕੇ ਇੱਕ ਦਿਨ ਮਨ ਵਿੱਚ ਵਿਚਾਰ ਕਰਨੀ ਕੀਤੀ। ਸ੍ਰੀ ਨਾਨਕ ਗਾਦੀ ਪਰ ਜਾਓ। ਉਹਨਾਂ ਨੇ ਵਿਚਾਰ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਸੱਚਖੰਡ ਗਮਨ ਕਰ ਗਏ, ਲੇਕਿਨ ਸਤਿਗੁਰੂ ਮਹਾਰਾਜ ਜੀ ਦੀ ਗੱਦੀ ਦੇ ਉੱਤੇ ਜੋ ਹੁਣ ਵਿਰਾਜਮਾਨ ਹਨ, ਕੈਸੋ ਇਹ ਬਿਲੋਕਹਿ ਤੌਰ। ਕਹਿੰਦੇ ਕਿ ਚਲੋ ਭਈ ਚੱਲ ਕਰਕੇ ਆਪਾਂ ਵੇਖਣਾ ਕਰੀਏ ਉਹ ਕਿਹੋ ਜਿਹੇ ਹਨ। ਇਹ ਪਿਆਰਿਓ ਕਿਹੋ ਜਿਹੇ, ਇਹ ਜਿਹੜੀ ਗੱਲ ਚੱਲ ਰਹੀ ਨੀ ਆ, ਇਹ ਸਰੀਰ ਦੀ ਗੱਲ ਨਹੀਂ ਹੈ ਕਿ ਸਰੀਰ ਕਰਕੇ ਦਿਖਣ ਦੇ ਵਿੱਚ ਬੜੇ ਸੋਹਣੇ ਹਨ, ਕੱਦ ਕਾਠੀ ਕਿਹੋ ਜੀ ਹੈ, ਇਹ ਗੱਲ ਨਹੀਂ ਹੈ। ਇੱਥੇ ਪਿਆਰਿਓ ਗੁਣਾਂ ਦੀ ਗੱਲ ਹੈ। ਕਿਹੋ ਜਿਹੇ ਮਤਲਬ ਇਹ ਅੰਤਰੋਂ ਕਿਹੋ ਜਿਹੇ ਹਨ, ਇਹਨਾਂ ਦੀ ਆਤਮਾ ਕਿਹੋ ਜੀ ਹੈ, ਸਤਿਗੁਰੂ ਮਹਾਰਾਜ ਜੀ ਦੀ ਭਾਵਨਾ ਕਿਹੋ ਜੀ ਹੈ, ਇਹ ਵੇਖਣ ਦੇ ਵਾਸਤੇ ਮਹਾਰਾਜਿਆਂ ਦੇ ਮਹਾਰਾਜੇ ਸਨ। ਕਰ ਦਿਗ ਵਿਜੈ ਪੂਜੇ ਸਭ ਥਾਨ। ਸਤਿਗੁਰੂ ਮਹਾਰਾਜ ਜੀ ਨੇ ਦਿਗ ਵਿਜਈ ਕਰਨਾ ਕੀਤਾ। ਵੱਡੇ ਵੱਡੇ ਬ੍ਰਾਹਮਣਾਂ ਨੂੰ, ਵਿਦਵਾਨਾਂ ਨੂੰ ਮਹਾਰਾਜ ਜੀ ਨੇ ਹਰਾ ਕਰਕੇ ਜੋ ਸਤਨਾਮ ਵਾਹਿਗੁਰੂ ਦਾ ਉਹਨਾਂ ਨੂੰ ਉਪਦੇਸ਼ ਦਿੱਤਾ ਹੈ, ਉਹਨਾਂ ਨੂੰ ਸੱਚ ਮਾਰਗ ਦੇ ਉੱਤੇ ਲਾਉਣਾ ਕੀਤਾ। ਆਪ ਸਦ ਕਿਆ ਹਾਰ ਸਰਬ ਚਰਨੀ ਤਿਨ ਲਾਗੇ। ਸਾਰੇ ਹਾਰ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਉਹ ਚਰਨੀ ਲੱਗ ਗਏ ਸਨ। ਮਹਾਰਾਜ ਜੀ ਤੋਂ ਉਹਨਾਂ ਨੇ ਆਪਣੀ ਭੁੱਲ ਬਖਸ਼ਾਉਣੀ ਕੀਤੀ। ਇਹੋ ਜਿਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਨ। ਇਮ ਵਿਚਾਰ ਸਭ ਹੀ ਚਲ ਆਏ। ਇਸ ਤਰ੍ਹਾਂ ਵਿਚਾਰ ਕਰਕੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਨੇ ਮਹਾਨ ਸਨ। ਹੁਣ ਗੁਰਤਾ ਗੱਦੀ ਤੇ ਜੋ ਦੂਜੇ ਸਤਿਗੁਰੂ ਵਿਰਾਜਮਾਨ, ਉਹ ਕਿੰਨੇ ਮਹਾਨ ਹਨ, ਉਹਨਾਂ ਦੀ ਆਤਮਿਕ ਅਵਸਥਾ ਕਿਹੋ ਜੀ ਹੈ, ਉਹ ਵੇਖਣ ਦੇ ਵਾਸਤੇ ਇਹ ਸਾਰੇ ਸਿੱਧ ਮੰਡਲੀ ਜੋ ਹੈ ਸਤਿਗੁਰ ਕੋ ਨਿਜ ਦਰਸ ਦਿਖਾਏ। ਆ ਕਰਕੇ ਪਿਆਰਿਓ ਇਹਨਾਂ ਨੇ ਸਾਰਿਆਂ ਨੇ ਆ ਮਤਾ ਪਕਾ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਏ। ਗੋਰਖ ਭਰਥਰ ਚਰਪਟ ਸਾ। ਕਵੀ ਰਾਜੀ ਦੱਸਦੇ ਇਹਨਾਂ ਦੇ ਵਿੱਚ ਗੋਰਖਨਾਥ ਹੈ, ਭਰਥਰੀ ਨਾਥ ਹੈ, ਚਰਪਟ ਨਾਥ ਹੈ। ਗੋਪੀ ਚੰਦ ਸੋ ਈਸ਼ਰ ਨਾਥ। ਗੋਪੀ ਚੰਦ ਈਸ਼ਰ ਨਾਥ ਆਦਿਕ ਆਏ ਸਤਿਗੁਰ ਲੈਨ ਪ੍ਰਤੱਗਿਆ। ਸਤਿਗੁਰੂ ਮਹਾਰਾਜ ਜੀ ਦੀ ਪ੍ਰਤਿਗਿਆ ਲੈਣ ਵਾਸਤੇ, ਸਤਿਗੁਰਾਂ ਦੀ ਪ੍ਰੀਖਿਆ ਲੈਣ ਵਾਸਤੇ ਚੱਲ ਕਰਕੇ ਆਏ। ਪਾਏ ਪ੍ਰਤੀਤ ਭਰਮ ਉਰ ਭਗਿਆ। ਤੇ ਫਿਰ ਸਤਿਗੁਰੂ ਮਹਾਰਾਜ ਜੀ ਦੀ ਪ੍ਰਤੀਤੀ ਇਹਨਾਂ ਨੂੰ ਜਦੋਂ ਪ੍ਰਾਪਤ ਹੋਈ ਹੈ, ਆਏ ਤਾਂ ਸੀ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੀ ਪ੍ਰੀਖਿਆ ਲੈਣ ਵਾਸਤੇ, ਲੇਕਿਨ ਜਦੋਂ ਸਤਿਗੁਰੂ ਮਹਾਰਾਜ ਇਹਨਾਂ ਦੀ ਪ੍ਰੀਖਿਆ ਦੇ ਵਿੱਚ ਪਾਸ ਹੋ ਗਏ ਤਾਂ ਫਿਰ ਇਹਨਾਂ ਦੇ ਮਨ ਦੇ ਵਿੱਚ ਦ੍ਰਿੜ ਪ੍ਰਤੀਤੀ ਆ ਗਈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਹੀ ਇਹ ਰੂਪ ਹਨ। ਗੁਰ ਅੰਗਦ ਦੇਵ ਜੀ ਮਹਾਰਾਜ ਜੀ ਦੇ ਵਿੱਚ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿੱਚ ਕੋਈ ਫਰਕ ਨਹੀਂ ਹੈ। ਜਦੋਂ ਪ੍ਰਤੀਤੀ ਆਈ ਤੇ ਉਹਨਾਂ ਦੇ ਮਨ ਦਾ ਭਰਮ ਭੱਜ ਗਿਆ। ਸ੍ਰੀ ਅੰਗਦ ਸਿੰਘਾਸਨ ਬੈਸੇ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਇਹ ਆਏ ਸੀ ਨਾ, ਸਤਿਗੁਰੂ ਮਹਾਰਾਜ ਗੁਰਤਾ ਗੱਦੀ ਦੇ ਉੱਤੇ ਬੈਠੇ ਹੋਏ ਸਨ, ਸ਼ੁਭਾਏਮਾਨ ਸਨ। ਆਏ ਕਹੀ ਆਦੇਸ਼ ਆਦੇਸ਼। ਆ ਕਰਕੇ ਪਿਆਰਿਓ ਸਾਰੇ ਜੋਗੀਆਂ ਨੇ ਹੱਥ ਜੋੜ ਕਰਕੇ, ਜਿਸ ਤਰ੍ਹਾਂ ਪਿਆਰਿਓ ਆਪਾਂ ਗੁਰੂ ਕੇ ਸਿੱਖ, ਜਦੋਂ ਕੋਈ ਦੂਜਾ ਗੁਰੂ ਕਾ ਪਿਆਰਾ ਸਿੱਖ ਸਾਨੂੰ ਮਿਲਦਾ ਹੈ ਤੇ ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ। ਆਪਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਇਹ ਫਤਿਹ ਦੀ ਸਾਂਝ ਕਰਦੇ ਹਾਂ। ਇਸ ਤਰ੍ਹਾਂ ਹੀ ਇਹ ਜੋਗੀ ਲੋਕ ਜਦੋਂ ਵੀ ਪਿਆਰਿਓ ਕਿਹਨੂੰ ਮਿਲਦੇ ਨਾ ਤੇ ਆਦੇਸ਼ ਆਦੇਸ਼ ਦਾ ਇਹ ਨਾਰਾ ਦਿੰਦੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲ ਵੀ ਜਦੋਂ ਜੋਗੀ ਆਏ, ਸਤਿਗੁਰੂ ਮਹਾਰਾਜ ਜੀ ਨੂੰ ਕਿਹਾ, ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਡੇ ਚਰਨਾਂ ਵਿੱਚ ਸਾਡੀ ਨਮਸਕਾਰ, ਸਾਡੀ ਆਦੇਸ਼ ਹੋਵੇ, ਸਾਡੀ ਆਦੇਸ਼ ਹੈ। ਤਾਂ ਮਹਾਰਾਜ ਜੀ ਨੇ ਕਿਹਾ, ਜੋਗੀਓ ਸਾਨੂੰ ਕੀ ਆਦੇਸ਼ ਕਰ ਰਹੇ ਹੋ? ਜੇ ਆਦੇਸ਼ ਹੀ ਕਰਨੀ ਹੈ, ਨਮਸਕਾਰ ਕਰਨੀ ਹੈ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਜੋ ਆਦ ਅਨੀਲ ਹੈ ਅਤੇ ਉਹਦਾ ਕੋਈ ਅੰਤ ਨਹੀਂ ਹੈ, ਅਨਾਹਤ ਹੈ, ਜੁਗਾ ਜੁਗਾਂਤਰਾਂ ਦੇ ਵਿੱਚ ਜਿਸ ਪ੍ਰਮਾਤਮਾ ਦਾ ਇੱਕੋ ਹੀ ਭੇਸ ਹੈ। ਜੇ ਨਮਸਕਾਰ ਕਰਨਾ ਭਾਈ ਉਹਨੂੰ ਨਮਸਕਾਰ ਕਰਨਾ ਕਰੋ, ਜੇ ਮੱਥਾ ਟੇਕਣਾ ਉਸ ਰੱਬ ਦੇ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਵਿੱਚ ਮੱਥਾ ਟੇਕਣਾ ਕਰੋ। ਇਸ ਤਰ੍ਹਾਂ ਹੁਣ ਜੋਗੀ ਆ ਕਰਕੇ ਮਹਾਰਾਜ ਜੀ ਨੂੰ ਆਦੇਸ਼ ਕਰਕੇ ਇਹ ਮਹਾਰਾਜ ਜੀ ਦੀ ਕਿਸ ਤਰ੍ਹਾਂ ਪ੍ਰੀਖਿਆ ਲੈਂਦੇ ਹਨ।
ਕਿਹੜੇ ਬਚਨ ਬਿਲਾਸ ਕਰਦੇ ਹਨ। ਮਹਾਰਾਜ ਜੀ ਇਹਨਾਂ ਨੂੰ ਕੀ ਜਵਾਬ ਦਿੰਦੇ। ਉਹ ਇਤਿਹਾਸ ਪਿਆਰਿਓ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ। ਹੁਣ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਆ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। हे संतां कै सदा संग, निधारा आधार। प्रभ शरणागति कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़े सो उतरै पार। जो शरधा कर सेवंदे, गुर पार उतारण हार। कथा निता प्रत होत है, सुनो सो सिंह सुजान। नानक गुरु गोबिंद सिंह जी, सदा करै कल्याण। नानक गुरु गोबिंद सिंह जी, सदा करै कल्याण। एक ओंकार सतनाम करता पुरख, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੂ ਵਾਹੂ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ, ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੂ ਵਾਹੂ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ।
ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ